टीवी 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਆਪਾਂ ਜਿਸ ਤਰ੍ਹਾਂ ਪ੍ਰੋਗਰਾਮ ਹੈ ਸਾਡਾ ਖੁੱਲਾ ਸੱਦਾ, ਸੋ ਖੁੱਲੇ ਸੱਦੇ ਦੇ ਵਿੱਚ ਅਸੀਂ ਕਰੰਟ ਮੁੱਦਿਆਂ ਦੇ ਉੱਤੇ ਜਿਹੜਾ ਹੈ ਕਿਸੇ ਨਾ ਕਿਸੇ ਮਹਿਮਾਨ ਨੂੰ ਤੁਹਾਡੇ ਨਾਲ ਰੂਬਰੂ ਜਿਹੜਾ ਹੈ ਕਰਾਉਂਦੇ ਆ। ਜਿੱਦਾਂ ਕਿ ਹੁਣ ਕਰੰਟ ਜਿਹੜਾ ਹੈ ਉਹ ਮੁੱਦਾ ਚੱਲ ਰਿਹਾ, ਮੁੱਦਾ ਕਿਹਾ ਜਾਵੇ ਜਾਂ ਇਸ ਟਾਈਮ ਦੇ ਉੱਤੇ ਸਾਡੀ ਹੋਂਦ ਦੀ ਲੜਾਈ ਕਹਿ ਲਿਆ ਜਾਵੇ ਤੇ ਕੋਈ ਅਥਕਥਨੀ ਜਿਹੜੀ ਹੈ ਉਹ ਨਹੀਂ ਹੋਵੇਗੀ। ਸੋ ਜਿੱਦਾਂ ਆਪਾਂ ਜਾਣਦੇ ਹਾਂ ਕਿ ਪਹਿਲਾਂ ਆਰਡੀਨੈਂਸ ਜਿਹੜੇ ਸੀਗੇ ਉਹ ਪਾਸ ਹੋਏ ਤੇ ਹੁਣ ਉਹ ਪੱਕੀ ਮੋਹਰ ਜਿਹੜੀ ਆ ਰਾਸ਼ਟਰਪਤੀ ਵੱਲੋਂ ਲੱਗ ਕੇ ਤੇ ਇਸ ਟਾਈਮ ਦੇ ਉੱਤੇ ਜਿਹੜੇ ਕਾਨੂੰਨ ਬਣ ਚੁੱਕੇ ਆ ਤੇ ਉਹ ਸਾਡੇ ਸਿਰਫ ਇਕੱਲੇ ਕਿਸਾਨਾਂ ਦੇ ਨਹੀਂ, ਸਾਰੇ ਪੰਜਾਬ ਦੇ ਉੱਤੇ ਇੱਕ ਤਲਵਾਰ ਜਿਹੜੀ ਆ ਉਹ ਲਟਕ ਰਹੀ ਹੈਗੀ ਆ। ਸੋ ਇਸ ਸਾਰੇ ਮੁੱਦੇ ਨੂੰ ਆਪਾਂ ਖੰਗਾਲਣ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ ਬਿੱਲ ਦੀ ਜਿਹੜੀ ਕਾਪੀ ਹੈ ਉਹ ਵੀ ਪਹੁੰਚ ਚੁੱਕੀ ਹੈਗੀ ਆ ਤੇ ਆਪਾਂ ਅੱਜ ਇਸ ਦੇ ਉੱਤੇ ਹੀ ਡਿਟੇਲ ਦੇ ਨਾਲ ਗੱਲ ਕਰਨ ਵਾਸਤੇ ਸਰਦਾਰ ਮਨਜਿੰਦਰ ਸਿੰਘ ਭੁੱਲਰ ਜਿਹੜੇ ਨੇ ਉਹ ਤੁਹਾਡੇ ਨਾਲ ਅੱਜ ਜਿਹੜਾ ਹੈ ਰੂਬਰੂ ਹੋਣਗੇ। ਅਗਰ ਤੁਸੀਂ ਸਟੂਡੀਓ 'ਚ ਕਾਲ ਕਰਨੀ ਚਾਹੋ ਤਾਂ ਸਾਨੂੰ ਤੁਸੀਂ ਜਿਹੜੀ ਹੈ ਉਹ ਕਾਲ ਵੀ ਕਰ ਸਕਦੇ ਹੈਗੇ ਹੋ। ਨੀਚੇ ਨੰਬਰ ਜਿਹੜੇ ਨੇ ਉਹ ਸਕਰੀਨ ਤੇ ਫਲੈਸ਼ ਕਰ ਰਹੇ ਨੇ। ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਤਕਰੀਬਨ ਹਰ ਉਸ ਪਹਿਲੂ ਨੂੰ ਤੁਹਾਡੀ ਜਿਹੜਾ ਹੈ ਰੂਬਰੂ ਕਰੀਏ ਜਿਹੜਾ ਕਿ ਇਹ ਸਾਡੇ ਉੱਤੇ ਕੱਲ੍ਹ ਨੂੰ ਤੇ ਅੱਜ ਕੀ ਅਸਰ ਪਾਏਗਾ। ਇਹ ਸਾਰੇ ਜਿਹੜਾ ਮਸਲਾ ਹੈ ਇਹਨੂੰ ਖੰਗਾਲਣ ਦੀ ਅਸੀਂ ਜਿਹੜੀ ਕੋਸ਼ਿਸ਼ ਆ ਉਹ ਜਿਹੜੀ ਆਪਾਂ ਕਰ ਰਹੇ ਹੈਗੇ ਆ। ਪਹਿਲਾਂ ਆਓ ਆਪਾਂ ਸਰਦਾਰ ਮਨਜਿੰਦਰ ਸਿੰਘ ਭੁੱਲਰ ਹੋਣਾ ਦਾ ਜਿਹੜਾ ਸਵਾਗਤ ਕਰਦੇ ਹਾਂ TV 16 ਟੋਰਾਂਟੋ ਤੇ ਉਸ ਤੋਂ ਬਾਅਦ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰਦਾਰ ਮਨਜਿੰਦਰ ਸਿੰਘ ਭੁੱਲਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢ ਕੇ ਸਾਡੇ ਸਰੋਤਿਆਂ ਨਾਲ ਸਾਂਝ ਪਾ ਰਹੇ ਹੋ। ਸੋ ਤੁਹਾਨੂੰ ਅਸੀਂ ਜੀ ਆਇਆਂ ਆਖਦੇ ਹਾਂ ਜੀ ਪ੍ਰੋਗਰਾਮ ਖੁੱਲਾ ਸੱਦਾ ਦੇ ਵਿੱਚ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ ਬਾਦ ਸਾਹਿਬ। ਸਾਰੇ ਲਿਸਨਰ ਨੂੰ, ਵਿਊਅਰਸ ਨੂੰ ਮੇਰੇ ਵੱਲੋਂ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰਾ ਪਹਿਲਾ ਇਹ ਸਵਾਲ ਕਹਿ ਲਿਆ ਜਾਵੇ ਜਾਂ ਸਾਡੀ ਇਹ ਤਲਖੀ ਕਹਿ ਲਿਆ ਜਾਵੇ ਜਾਂ ਜੋ ਇਹ ਪਿੱਛੇ ਵਾਪਰਿਆ ਜਿਹੜਾ ਇਸ ਟਾਈਮ ਦੇ ਉੱਤੇ ਵਾਪਰ ਰਿਹਾ ਵਰਤਾਰਾ ਹੈਗਾ, ਇਸ ਦੇ ਉੱਤੇ ਆਪਾਂ ਖੁੱਲੇ ਰੂਪ ਦੇ ਵਿੱਚ ਨਜ਼ਰ ਪਾਉਣ ਦੀ ਜਿਹੜੀ ਆ ਕੋਸ਼ਿਸ਼ ਕਰਨੀ ਆ ਕਿ ਪਹਿਲਾਂ ਤੇ ਆਪਾਂ ਇਹ ਗੱਲ ਕਰ ਲਈਏ ਕਿ ਜਿੰਨੀ ਦੇਰ ਤੱਕ ਇਹ ਬਿੱਲ ਸੀਗੇ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਅੱਜ ਕਿਸ ਤਰ੍ਹਾਂ ਦਾ ਜਿਹੜਾ ਹੈ ਉਹ ਮਾਹੌਲ ਹੈਗਾ। ਪਹਿਲਾਂ ਇਸ ਦੇ ਉੱਤੇ ਇਹ ਜਿਹੜੇ ਤਿੰਨੇ ਬਿੱਲ ਪਾਸ ਹੋਏ ਨੇ ਉਹਨਾਂ ਦੀ ਜਾਣਕਾਰੀ ਆਪਾਂ ਜਿਹੜੀ ਸਰੋਤਿਆਂ ਤੱਕ ਜਿਹੜੀ ਹੈ ਉਹ ਪਹੁੰਚਦੀ ਕਰਦੀ ਹੈ ਜੀ। ਇਹ ਸਭ ਤਿੰਨ ਆਰਡੀਨੈਂਸਸ ਹੈਗੇ ਬੇਸਿਕਲੀ ਤੇ ਇਹ ਪ੍ਰਾਈਮ ਆਫ ਲਾਈ ਅਗਰ ਲਾਅ ਦੀ ਭਾਸ਼ਾ ਜਿਹਨੂੰ ਦੇਖਿਆ ਜਾਵੇ ਤੇ ਗੈਰ ਸੰਵਿਧਾਨਕ ਨੇ। ਥੀਸ ਆਰ ਅਨਕਨਸਟੀਟਿਊਸ਼ਨਲ ਆਰਡੀਨੈਂਸਸ ਜੀ। ਔਰ ਜਿਹੜੇ ਢੰਗ ਨਾਲ ਪਾਸ ਕਰਾਇਆ ਗਿਆ the way was also they violated all the norms and principles of the parliament ਜੀ। ਔਰ ਹੈਗਾ ਟ੍ਰੇਡ ਐਂਡ ਕਮਰਸ ਐਕਟ ਜਿਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੁੱਲੀ ਮੰਡੀ ਦੇ ਦੇਣੀ ਹੈ ਜੀ ਕਿ ਜਿਹੜਾ ਕਿਸਾਨ ਚਾਹੇ ਆਪਣੀ ਫਸਲ ਵੇਚ ਸਕਦਾ। ਔਰ ਸਰਕਾਰ ਨੂੰ ਜਿਹੜਾ ਟੈਕਸ ਜਾਂਦਾ ਵਪਾਰੀਆਂ ਵਾਸਤੇ, ਖਰੀਦਦਾਰਾਂ ਵਾਸਤੇ ਉਹ ਬਿਲਕੁਲ ਜਿਹੜਾ ਹੈਗਾ ਫ੍ਰੀ ਕਰ ਦੇਣਾ ਜੀ। ਔਰ ਜਿਹੜਾ ਹੈਗਾ ਉਹ ਹੈਗਾ ਜੀ ਫਾਰਮਰ ਫੈਸਿਲਿਟੇਸ਼ਨ ਐਂਡ ਐਮਪਾਵਰਮੈਂਟ ਹੈ ਜੀ। ਕਿਸਾਨਾਂ ਨੂੰ ਐਮਪਾਵਰ ਕੀਤਾ ਜਾਊਗਾ। ਉਹਦੇ ਚ ਕੀ ਹੈ ਕਿ ਫਰਦਰ ਕੰਟਰੈਕਟ ਫਾਰਮਿੰਗ ਹੈਗੀ ਹੈ ਜਾਂ ਉਹਦੇ ਵਿੱਚ ਜਿਹੜਾ ਹੈਗਾ ਕਿ ਤੁਹਾਨੂੰ ਸਹੂਲਤਾਂ ਇਸ ਤਰ੍ਹਾਂ ਦੀਆਂ ਦਿੱਤੀਆਂ ਜਾਣਗੀਆਂ ਕਿ ਜਿਹੜਾ ਖੇਤੀ ਸੈਕਟਰ ਹੈ ਉਹਦੇ ਚ ਕਿਸਾਨਾਂ ਦਾ ਫਾਇਦਾ ਕੀਤਾ ਜਾਵੇ ਜੀ। ਔਰ ਤੀਸਰਾ ਹੈਗਾ ਸਪੈਸ਼ਲ ਕਮੋਡਿਟੀਜ਼ ਐਕਟ 1955 ਜਿਹੜਾ ਜ਼ਰੂਰੀ ਵਸਤੂਆਂ ਦਾ ਬਿੱਲ ਉਹਦੇ ਚ ਸੋਧ ਕੀਤੀ ਜਾ ਰਹੀ ਹੈ ਜੀ। ਇਹ ਤਿੰਨੇ ਜਿਹੜੇ ਹੈਗੇ ਆ ਬਾਅਦ ਚ ਆ ਜਾਓ ਤੁਸੀਂ ਗੱਲ ਕਰ। ਇਹ ਤਿੰਨੋਂ ਜਿਹੜੇ ਐਕਟਸ ਹੈਗੇ ਨੇ ਇੰਨੇ ਜ਼ਿਆਦਾ ਮਾਰੂ ਨੇ ਕਿ ਇਹਦੇ ਚ ਕਿਸਾਨ ਦਾ ਤੇ ਕਿਸੇ ਵੀ ਵਿਅਕਤੀ ਦਾ ਜਿਹੜਾ ਹੈਗਾ ਭਲਾ ਨਹੀਂ ਹੋ ਸਕਦਾ ਜੀ। ਕਿਉਂਕਿ ਐਕਟਿਵਿਟੀ ਐਕਟ ਜਿਹੜਾ ਹੈਗਾ ਉਹ ਦੈਟ ਇਜ਼ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ 1962 ਜੀ। ਉਹ ਇਸ ਕਰਕੇ ਬਣਾਇਆ ਗਿਆ ਕਿ ਇੱਕ ਸਾਰੇ ਸਿਸਟਮ ਨੂੰ ਆਰਗੇਨਾਈਜ਼ ਕੀਤਾ ਜਾਵੇ ਔਰ ਅੰਡਰ ਦਾ ਸਰਵਾਈਲੈਂਸ ਐਂਡ ਮੋਨਿਟਰਿੰਗ ਆਫ ਦਾ ਗਵਰਨਮੈਂਟ ਜੀ। ਮੱਕੀ ਬਾਤ ਕਰਕੇ ਕਿਹਾ ਦੇ ਜਾ ਰਿਹਾ ਕਿ ਕਿਸਾਨ ਨੂੰ ਫਾਇਦਾ ਦਿੱਤਾ ਜਾਊਗਾ। ਹੁਣ ਤੁਸੀਂ ਦੇਖੋ ਕਿ 85% ਅਗਰ ਅਸੀਂ ਕੱਲੇ ਪੰਜਾਬ ਨੂੰ ਲੈ ਕੇ ਚੱਲੀਏ ਮਾਰਜਨਲ ਫਾਰਮਰ ਨੇ ਜੀ ਜਿਨ੍ਹਾਂ ਤੇ 5 ਏਕੜ ਤੋਂ ਘੱਟ ਜ਼ਮੀਨ ਹੈ ਜੀ। ਪਰ ਜਿਹੜਾ ਵਿਅਕਤੀ ਆ ਉਹ ਤਾਂ ਆਪਣੇ ਪਿੰਡ ਤੋਂ ਸ਼ਹਿਰ ਬਸਾ ਫਸਲ ਲਿਜਾ ਕੇ ਵੇਚਦਾ। ਉਹ ਮਹਾਰਾਸ਼ਟਰ ਜਾਂ ਹਰਿਆਣੇ ਜਾਂ ਹਿਮਾਚਲ ਚ ਜਾਂ ਕਿਤੇ ਵੀ ਤੁਸੀਂ XYZ ਕੋਈ ਐਗਜ਼ਾਮਪਲ ਲੈ ਲਓ ਤੁਸੀਂ ਕਿਵੇਂ ਜਾ ਸਕਦੇ ਜੀ। ਪਰ ਸੈਕੰਡਰੀ ਜਿਹੜਾ ਪੰਜਾਬ ਮੰਡੀ ਬੋਰਡ ਆ ਉਹਨੇ ਪਿਛਲੇ ਸਾਲ 3626 ਕਰੋੜ ਰੁਪਏ ਕਮਾਏ ਆ। ਦੋ ਤਰ੍ਹਾਂ ਦੇ ਫੰਡ ਲੈਂਦੇ ਆ ਇਹ। ਇੱਕ ਰੂਰਲ ਡਿਵੈਲਪਮੈਂਟ ਫੰਡ ਉਹਨੂੰ RDF ਕਿਹਾ ਜਾਂਦਾ, ਦੂਸਰਾ ਮਾਰਕੀਟ ਕਮੇਟੀ ਫੀਸ ਹੈ ਜੀ। ਔਰ ਇਸ ਵਾਰ ਦਾ ਜਿਹੜਾ ਉਹਨਾਂ ਦਾ ਐਸਟੀਮੇਟ ਆ ਦੈਟ ਵਾਸ 3800 ਕਰੋੜ ਰੁਪਏ
ਪਹਿਲਾ ਤਾਂ ਇਹ ਕਿ ਸਿੱਧਾ ਨੀਅਰ ਅਬਾਊਟ 4000 ਕਰੋੜ ਦਾ ਘਾਟਾ ਪੰਜਾਬ ਸਰਕਾਰ ਨੂੰ ਪੈਣਾ ਇਹਦੇ ਨਾਲ ਜੀ। ਉਹਦੇ ਵਿੱਚ ਜਿਹੜੀਆਂ ਅਸੀਂ ਪ੍ਰਾਈਵੇਟ ਮੰਡੀਆਂ ਖੋਲਣ ਦੀ ਖੁੱਲ੍ਹ ਦਿਆਂਗੇ। ਸੋ ਇਹ ਜਿਹੜਾ ਨੁਕਤਾ ਬਿਲਕੁਲ ਸਮਝ ਤੋਂ ਬਾਹਰ ਹੈ ਕਿ ਜਦੋਂ ਸਰਕਾਰ ਕੋਲੇ ਆਲਰੇਡੀ ਸਰਕਾਰੀ ਮੰਡੀਆਂ ਹੈਗੀਆਂ ਨੇ, ਸਰਕਾਰੀ ਢਾਂਚਾ ਹੈਗਾ, ਸਟਰਕਚਰ ਹੈਗਾ, ਜੇ ਪ੍ਰਾਈਵੇਟ ਪਲੇਅਰਸ ਨੇ ਪਰਚੇਜ਼ ਕਰਨੀ ਹੈ ਤਾਂ ਸਰਕਾਰੀ ਪ੍ਰੋਮਿਸਿਸ ਤੋਂ ਹੀ ਕਰ ਸਕਦੇ ਆ। ਬਿਲਕੁਲ ਜੀ ਜੀ। ਵੈਰੀ ਲੌਂਗ ਵੇ ਦੇ ਪਿੱਛੇ ਜਿਹੜੀ ਕਹਾਣੀ ਹੈ ਨਾ ਉਹ ਕੀ ਹੈ ਕਿ ਜਿਹੜੀ ਪੰਜਾਬ ਦੇ ਲੋਕਾਂ ਦੀ ਸਰਵਿਸ ਫਰਟਾਈਲ ਲੈਂਡ ਹੈ ਉਹਦੀ ਓਨਰਸ਼ਿਪ ਗ੍ਰੈਬ ਕਰਨਾ ਚਾਹੁੰਦੇ ਆ ਜੀ। ਔਰ ਇਹ ਘੱਟੋ ਘੱਟ 2 ਡੈਕੇਡਸ ਦਾ ਪਲਾਨ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਕਿਸ ਢੰਗ ਨਾਲ ਕਿ ਜਦੋਂ ਕਿਸਾਨ ਪ੍ਰਾਈਵੇਟ ਮੰਡੀ ਦੇ ਉੱਪਰ ਡਿਪੈਂਡ ਹੋ ਗਿਆ, ਡਿਪੈਂਡ ਕਿਵੇਂ ਹੋਊਗਾ ਕਿ ਜਦੋਂ ਤੁਹਾਨੂੰ 2000 ਵਾਲੀ ਚੀਜ਼ ਦਾ 3000 ਰੁਪਇਆ ਰੇਟ ਦੇਣਗੇ, ਬਟ ਆਬਵੀਅਸਲੀ ਆ ਇਫ ਯੂ ਆਰ ਬੀਇੰਗ ਸੋਵਰ ਵਿਲ ਬੀ देयर ਉਹ ਉਧਰ ਨੂੰ ਜਾਊਗਾ ਪ੍ਰਾਈਵੇਟ ਮੰਡੀ ਵੱਲ ਨੂੰ ਕਿ ਠੀਕ ਹੈ ਬਿਲਕੁਲ ਮੈਨੂੰ ਜ਼ਿਆਦਾ ਭਾਅ ਮਿਲ ਰਿਹਾ ਜੀ। ਔਰ ਤੁਸੀਂ ਜਦੋਂ ਪ੍ਰਾਈਵੇਟ ਪ੍ਰਮਿਸਿਸ 'ਚ ਜਾਣ ਲੱਗੇ, ਸਰਕਾਰੀ ਮੰਡੀ ਜਦੋਂ 2 ਸਾਲ ਖਾਲੀ ਰਹੀ ਤਾਂ ਆਟੋਮੈਟਿਕਲੀ ਗਵਰਨਮੈਂਟ ਵਿਲ ਥਿੰਕ ਕਿ ਯਾਰ ਹੁਣ ਮੰਡੀ ਬੋਰਡ ਦਾ ਕੋਈ ਤੁਕ ਨਹੀਂ ਰਹੇਗੀ, ਨਾ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਕਿਤੇ ਲੋੜ ਹੈ ਕਿਉਂਕਿ ਪ੍ਰਾਈਵੇਟ ਬੰਦੇ ਕੋਲੇ ਆਪਦੀ ਮੰਡੀ ਹੈ, ਆਪਦਾ ਸਟਰਕਚਰ ਹੈ, ਆਪਦੇ ਉਹਨਾਂ ਦੇ ਜਿਹੜੇ ਸਾਈਲੋਜ਼ ਸੋ ਕਾਲਡ ਤੁਹਾਡੇ ਜਿਵੇਂ ਇਧਰੋਂ ਇਹਨਾਂ ਨੇ ਕਨਸੈਪਟ ਚਾਈਨਾ ਤੋਂ ਚੱਕਿਆ ਸਾਈਲੋਜ਼ ਵਾਲਾ ਜੀ। ਸਪੈਨ ਆਫ 2 ਇਅਰਸ ਜਿਹੜਾ ਸਾਰਾ ਇਨਫਰਾਸਟ੍ਰਕਚਰ ਆਫ ਗਵਰਨਮੈਂਟ ਮਾਰਕੀਟਸ ਦਾ ਮੰਡੀਆਂ ਦਾ ਖਤਮ ਹੋ ਜਾਣਾ ਜੀ। ਔਰ ਜਿਹੜਾ ਕਾਰਪੋਰੇਟ ਹੈ ਫਾਰਮਰਸ ਵਿਲ ਬੀ ਟੋਟਲੀ ਡਿਪੈਂਡ ਔਨ ਦਾ ਮਰਸੀ ਆਫ ਦਾ ਕਾਰਪੋਰੇਟਸ ਜੀ। ਉਹਦੀ ਮਨਮਰਜ਼ੀ ਦਾ ਤੁਹਾਨੂੰ ਰੇਟ ਦੇਣਗੇ ਜੀ। ਇਹ ਤਾਂ ਇੱਕ ਨੁਕਤਾ ਹੈ। ਜਿਹੜਾ ਦੂਸਰਾ ਹੈਗਾ ਫਾਰਮਰ ਫੈਸਿਲਿਟੇਸ਼ਨ ਐਂਡ ਐਮਪਾਵਰਮੈਂਟ ਐਕਟ ਜਿਹਦੇ ਚ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਗਈ ਹੈ ਜੀ। ਔਰ ਮੰਤਰੀ ਸਾਹਿਬ ਕਰ ਖੁਦ ਬੋਲ ਰਹੇ ਸੀ ਕਿ ਤੁਹਾਨੂੰ ਜਿਹੜਾ ਕੰਟਰੈਕਟ ਕਰਨ ਵਾਲਾ ਪਰਚੇਜ਼ਰ ਜਾਂ ਕਾਰਪੋਰੇਟ ਵਾਲਾ ਉਹ ਦੱਸੂਗਾ ਕਿ ਤੁਸੀਂ ਕਿਹੜੀ ਫਸਲ ਬੀਜਣੀ ਹੈ ਜੀ, ਕਦੋਂ ਬੀਜਣੀ, ਖਾਦ ਪਾਉਣੀ ਹੈ, ਕਦੋਂ ਸਪਰੇਅ ਕਰਨੀ ਹੈ। ਔਰ ਜਿੰਨੀ ਦੇਰ ਤੱਕ ਫਸਲ ਖੇਤ 'ਚ ਹੈ ਜੀ, ਉਨੀ ਦੇਰ ਤੱਕ ਆਉਂਦੀ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਕਾਰਪੋਰੇਟ ਮੰਨ ਲਓ ਬਾਲ ਐਂਡ ਇੰਡਸਟਰੀਜ਼ ਨੇ ਮੇਰੇ ਨਾਲ ਕੰਟਰੈਕਟ ਕਰ ਲਿਆ ਜੀ ਕਿ ਮਨਜਿੰਦਰ ਸਿੰਘ ਜੀ ਦੇ ਖੇਤ 'ਚ ਆਲੂ ਬੀਜਣੇ ਆ ਜੀ। ਜਿੰਨੀ ਦੇਰ ਤੱਕ ਤਾਂ ਆਲੂ ਸਾਰਾ ਤੁਹਾਡੀ ਮੈਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਲੂ ਬੀਜ ਤੇ ਖਾਦ ਪਾਤੀ, ਆਲੂ ਪੱਟ ਲੈ, ਅਗਰ ਪੱਟਣ ਦੇ ਦਰਮਿਆਨ ਮੀਂਹ ਪੈ ਜਾਂਦਾ ਆਲੂ ਖਰਾਬ ਹੋ ਜਾਂਦੇ ਆ ਜੀ, ਉਹਦੀ ਰਿਸਪੌਂਸਿਬਿਲਿਟੀ ਫਾਰਮਰ ਦੀ ਹੈ। ਉਹ ਔਰ ਅਗਰ ਇਹ ਬੋਰੀਆਂ 'ਚ ਪਾ ਕੇ ਗੋਦਾਮ 'ਚ ਚਲੇ ਜਾਂਦੇ ਆ then that will become property of the purchaser ਜੀ। ਤੇ ਉਹ ਜਿਹੜਾ ਕੰਟਰੈਕਟ ਹੋਊਗਾ ਇੰਨਾ ਜਿਹੜਾ ਇਹ ਐਕਟ ਤੁਹਾਡੇ ਹੱਥ 'ਚ ਨਾ ਤੁਹਾਡੇ ਕੋਲੇ ਆਰਡੀਨੈਂਸ ਦੀ ਕਾਪੀ ਹੈ ਨਾਓ these ordinances became acts ਜੀ। these are the ambiguity ਕਿਤੇ ਵੀ ਇਹਦੀ ਕਲੈਰਿਟੀ ਨਹੀਂ ਹੈਗੀ ਕਿ ਜਿਹੜਾ ਫਾਰਮਰ ਦੇ ਹੱਕ ਦੇ ਵਿੱਚ ਇੱਕ ਕਲੌਜ਼ ਵੀ ਨਹੀਂ ਪਾਏਗੀ ਜੀ। ਔਰ ਅੱਗੋਂ ਇਹਦੇ 'ਚ ਲਿਖਿਆ ਜੇਕਰ ਝਗੜਾ ਹੁੰਦਾ ਵਾ ਕੰਟਰੈਕਟ ਕਰਨ ਵਾਲੀਆਂ ਦੋਵਾਂ ਧਿਰਾਂ ਦੇ ਵਿੱਚ ਤਾਂ ਤੁਸੀਂ ਐਸਡੀਐਮ ਕੋਰਟ 'ਚ ਜਾ ਸਕਦੇ ਹੋ ਔਰ ਉਸ ਤੋਂ ਬਾਅਦ ਡੀਸੀ ਕੋਲੇ ਅਪੀਲ ਕਰ ਸਕਦੇ ਹੋ ਜੀ। ਸਿਵਲ ਕੋਰਟ ਨਹੀਂ ਜਾ ਤੇ ਉਹਨਾਂ ਕੋਲ ਤੇ ਕੋਈ ਉਹਨਾਂ ਦੇ ਕੋਲ ਤੇ ਕੋਈ ਪਾਵਰ ਹੀ ਨਹੀਂ ਕਿ ਐਸਡੀਐਮ ਦੀ ਜਾਂ ਡੀਸੀ ਦੀ ਕਿੰਨੀ ਕੁ ਪਾਵਰ ਹੁੰਦੀ ਹੈ। ਉਹਨਾਂ ਦੇ ਕੋਈ ਪੋਲੀਟੀਕਲ ਪਰਸਨ ਜਾਂ ਕੋਈ ਵੀ ਬੰਦਾ ਉਹਨਾਂ ਨੂੰ ਕਾਲ ਕਰਦੇ ਜਿਹੜੀ ਕੋਈ ਹਾਇਰ ਅਥਾਰਟੀ ਹੈਗੀ ਆ ਉਹ ਤੇ ਕੁਝ ਵੈਸੇ ਨਾਰਮਲ ਕੇਸ ਨੂੰ ਨਿਪਟਾਉਣ ਵਿੱਚ ਉਹਨਾਂ ਕੋਲ ਇੰਨੀਆਂ ਪਾਵਰਸ ਨਹੀਂ ਹੈਗੀਆਂ ਤੇ ਉਹ ਐਡੇ ਵੱਡੇ ਫਾਰਮਰਸ ਦਾ ਕੇਸ ਕਿਵੇਂ ਹੈਂਡਲ ਕਰ ਲੈਣਗੇ? ਬੜਾ ਵੱਡਾ ਸਵਾਲ ਇਹ ਬਣ ਜਾਂਦਾ ਹੈਗਾ ਜੀ। ਐਕਸਟੈਂਡ ਕਰਦਾ ਵੀ ਇਹਨਾਂ ਦੀ ਤੇ ਇੰਨੀ ਜਿਹੜੀ ਗੁਪਤ ਨਹੀਂ ਹੈਗੀ ਕਿ ਕਿਸੇ ਦਾ ਮਤਨਾਜੇ ਦਾ ਕੇਸ ਹੀ ਤੋੜ ਦੇਣਾ ਐਮਐਲਏ ਤੋਂ ਪੁੱਛੇ ਬਿਨਾ ਜੀ। ਔਰ ਜੇ ਅਸੀਂ ਲੀਗਲ ਆਸਪੈਕਟ ਤੋਂ ਲੀਗਲ ਪੁਆਇੰਟ ਆਫ View ਤੋਂ ਦੇਖੀਏ ਨਾ ਇਹਦੀ ਡੈਫੀਨੇਸ਼ਨ ਆਫ ਕੰਟਰੈਕਟ ਹੈ ਜੀ। ਵਾਟ ਦਾ ਕੰਟਰੈਕਟ ਦੈਟ ਇਜ਼ ਐਨ ਐਗਰੀਮੈਂਟ ਐਨਫੋਰਸੀਬਲ ਬਾਈ ਲਾਅ ਜੀ। ਔਰ ਲਾਅ ਤੁਸੀਂ ਕਿਵੇਂ ਕਰਾਉਂਦਾ? ਤੁਹਾਡਾ ਤੇ ਮੇਰਾ ਕੋਈ ਕਰਾਰ ਹੋਇਆ, ਜੇ ਤੁਸੀਂ ਭੱਜ ਗਏ ਤਾਂ ਮੈਂ ਅਦਾਲਤ ਜਾਊਂਗਾ, ਜੇ ਮੈਂ ਉਸ ਗੱਲ ਤੋਂ ਭੱਜਣਾ ਮੈਂ ਕਰਾਰ ਤੋਂ ਤਾਂ ਤੁਸੀਂ ਕੋਰਟ ਜਾਓਗੇ, ਕੋਰਟ ਉਸ ਲਾਅ ਨੂੰ ਕੰਟਰੈਕਟ ਨੂੰ ਐਨਫੋਰਸ ਕਰਾਊਗੀ ਜੀ। ਔਰ ਇਹਨਾਂ ਨੇ ਲਿਖਤਾ ਤੁਸੀਂ ਕੋਰਟ ਜਾ ਹੀ ਨਹੀਂ ਸਕਦੇ ਜੀ। ਸੋ ਫॉर the it's a illegal bogus and meaningless document ਜੀ। ਇਸ ਤੋਂ ਵੀ ਜਿਹੜਾ ਤੀਸਰਾ ਕਾਨੂੰਨ ਹੈਗਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਉਹਦੇ ਜਿਹਨਾਂ ਨੇ ਸੋਧ ਕੀਤੇ ਹੈ ਜੀ। ਉਹਦੇ ਜਿਹੜੀ ਪਹਿਲੀ ਗੱਲ ਲਿਖੀ ਗਈ ਹੈ ਕਿ ਜਿਹੜੀ ਫਾਰਮਰ ਦੀ ਡੈਫੀਨੇਸ਼ਨ ਹੈ ਉਹਦੇ ਚ ਪ੍ਰੋਸੈਸਰ ਨੂੰ ਵੀ ਸ਼ਾਮਲ ਕੀਤਾ ਗਿਆ ਜੀ। ਤੁਹਾਡੇ ਹੱਥ 'ਚ ਕਾਨੂੰਨ ਆ ਨਾ ਇਹਦਾ ਸ਼ਾਇਦ ਮੇਰੇ ਖਿਆਲ ਵਰਕਾ ਨੰਬਰ 4 ਹੈ ਮੇਬੀ ਮੈਂ ਐਗਜ਼ੈਕਟ ਤਾਂ ਮੇਰੇ ਕੋਲ ਕਾਪੀ ਪਈ ਨਹੀਂ ਜੀ। ਉਹਦੇ ਤੇ ਕਿਸਾਨ ਦੀ ਜੀ। ਔਰ ਉਹ ਕਿਉਂ ਲਿਖਿਆ ਵੀ ਜਿਹੜਾ ਖੇਤੀ ਕਰਦਾ ਵਾ ਉਤਪਾਦ ਕਰਦਾ ਪ੍ਰੋਡਿਊਸ ਕਰਦਾ ਉਹ ਜਿਹੜਾ ਉਹਦੇ ਨਾਲ ਲੇਬਰਰ ਹੈ ਉਹ ਜਾਂ ਜਿਹੜਾ ਠੇਕੇ ਤੇ ਜ਼ਮੀਨ ਲੈ ਰਿਹਾ ਉਹ ਜਾਂ ਜਿਹੜਾ ਪ੍ਰੋਸੈਸਰ ਹੈ ਜੀ। ਕਿ ਜਦੋਂ ਜਿਸੇ ਉਦਾਹਰਨ ਦੇ ਤੌਰ ਤੇ ਉੱਪਰ ਤੁਸੀਂ ਦੇਖੋ ਕਿ ਜਿਹੜਾ ਵੀ ਜਗ੍ਹਾ ਤੁਸੀਂ ਮੈਰਿਜ ਪੈਰਿਸ ਲਿਖਦੇ ਹੋ ਤਾਂ ਉਹਦਾ ਮੀਨਿੰਗ ਹੋਰ ਹੈ ਜੀ। ਅਗਰ ਤੁਸੀਂ ਫਾਰਮ ਹਾਊਸ ਲਿਖਦੇ ਹੋ ਉਹਦਾ ਹੋਰ ਹੈ ਵੀ ਤੁਸੀਂ ਕਿ ਪ੍ਰੋਸੈਸਰ ਫਾਰਮਰ ਦਿਖਾ ਕੇ ਸਬਸਿਡੀਜ਼ ਲਊਗਾ ਸਰਕਾਰ ਤੋਂ ਜੀ। ਜਿਹੜੀ ਕੋਡ ਕਿਸਾਨ ਨੂੰ ਮਿਲਣੀ ਚਾਹੀਦੀ ਹੈ
ਆ ਇਸ ਐਕਟ ਦੇ ਆੜ ਹੇਠ ਉਹ ਫੂਡ ਪ੍ਰੋਸੈਸਿੰਗ ਪਲਾਂਟ ਵਾਲਿਆਂ ਨੂੰ ਦਿੱਤੀ ਜਾਊ ਜੀ। ਔਰ ਫਿਰ ਇਹਦੇ ਵਿੱਚ ਇਹ ਹੈ ਕਿ ਇਹ ਸਟਾਕ ਦੀ ਪਹਿਲਾਂ ਹੁਣ ਲਿਮਟ ਹੈ ਜੀ। ਇੱਕ ਅਪ ਟੂ ਸਮ ਰੈਸਟ੍ਰਿਕਟਡ ਐਕਸਟੈਂਟ ਐਨੀ ਸਟਾਕ ਦਾ ਐਸੈਂਸ਼ੀਅਲ ਕਮੋਡਿਟੀਜ਼ ਵਿੱਚ ਬੰਦਾ 10 ਕੁਆਂਟਲ 20 ਕੁਆਂਟਲ ਜਾਂ 50 ਕੁਆਂਟਲ ਗੱਟੇ ਸਟਾਕ ਕਰ ਸਕਦਾ ਜੀ, ਜਾਂ 10 ਟਨ ਦਾਲਾਂ ਸਟਾਕ ਕਰ ਸਕਦਾ। ਇਹਦੇ ਜਿਹਨਾਂ ਨੇ ਸੋਧ ਕਰਤੀ ਕਿ ਉਹ ਆਪਦੀ ਮਰਜ਼ੀ ਨਾਲ ਜਿੰਨਾ ਮਰਜ਼ੀ ਸਟਾਕ ਕਰ ਲਵੇ ਤੇ ਜਿਹੜੇ ਮਰਜ਼ੀ ਰੇਟ ਤੇ ਵੇਚੇ ਤੇ ਕੋਈ ਉਹਦੀ ਲਿਮਟ ਨਹੀਂ, ਮਤਲਬ ਕਿ ਜਿੰਨਾ ਮਰਜ਼ੀ ਅਨਲਿਮਟਿਡ ਕਿਹਾ ਜਾ ਸਕਦਾ ਹੈਗਾ। ਜਿੱਡਾ ਵੱਡਾ ਕਿਸੇ ਦਾ ਕੋਈ ਗਡਾਊਨ ਆ ਜਾਂ ਜੋ ਮਰਜ਼ੀ ਜਿੱਥੇ ਪ੍ਰਾਈਵੇਟ ਕੋਈ ਚੀਜ਼ ਲੈ ਲਵੇ, ਕਿੱਥੋਂ ਲੈ ਲਵੇ, ਜਿੱਥੇ ਮਰਜ਼ੀ ਜਾ ਕੇ ਜਮ੍ਹਾਂ ਕਰ ਲਵੇ, ਉਹਦੇ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਹੀ ਕਹਿਣ ਦਾ ਮਤਲਬ ਹੈ ਤੁਹਾਡਾ? ਉਹਦੇ ਚ ਤਿੰਨ ਸਥਿਤੀਆਂ ਬੋਕਸ ਦੀਆਂ ਪਾਤੀਆਂ ਕਿਹੜੀਆਂ ਵੀ ਅੱਗੇ ਸਰਕਾਰ ਉਦੋਂ ਰੋਕੂਗੀ ਜਦੋਂ ਜੰਗ ਲੱਗੀ ਹੋਊਗੀ ਜੀ। ਹੁਣ ਤੁਸੀਂ ਕਿਹੜੀ ਜੰਗ ਲੱਗਣੀ ਭਾਰਤ ਦੇ ਨਾਲ, ਪਾਕਿਸਤਾਨ ਨਾਲ ਜਾਂ ਚਾਈਨਾ ਨਾਲ? ਜਦੋਂ ਜੰਗ ਲੱਗੀ ਐਟੋਮਿਕ ਵਾਰ ਲੱਗਣੀ, ਹਾਈਡਰੋਜਨ ਬੰਬਾਂ ਵਾਲੀ ਜੰਗ ਲੱਗਣੀ ਜੀ। ਬਿਲਕੁਲ। No entity like the government remained whenever there will be a war, unfortunately ਜੀ। ਕਿਹੜੀ ਦੂਜੀ ਉਹਦੇ ਚ ਸਥਿਤੀ ਕਿਹੜੀ ਆ ਕਿ ਜਦੋਂ ਜੀ ਕੋਈ ਕੁਦਰਤੀ ਆਫਤ ਆਊਗੀ ਜੀ। ਇੱਕ ਆਫਤ ਵੀ ਤੁਸੀਂ ਦੇਖੋ ਕੋਈ ਕਦੇ ਕਦਾਈ ਜਿਹੜਾ ਇਸ ਤਰ੍ਹਾਂ ਦਾ ਮਿਸਫੋਰਚੂਨ ਹੁੰਦਾ, ਜਿਵੇਂ ਸੁਨਾਮੀ ਆਈ ਹੈ ਕਈ ਸਾਲ ਪਹਿਲਾਂ ਜੀ। ਬਿਲਕੁਲ। ਤੀਜੀ ਇਸ ਕਲਾਸ ਕੀ ਹੈ ਕਿ ਜਦੋਂ ਜਿਹੜੀਆਂ ਪੈਰੀਸ਼ੇਬਲ ਗੁੱਡਸ ਆ, ਬਾਗਬਾਨੀ ਨਾਲ ਜੁੜੇ ਹੋਏ ਚੀਜ਼ਾਂ, ਉਹਦੇ ਜਦੋਂ ਰੇਟ 100% ਵੱਧ ਜਾਣਗੇ, ਮਤਲਬ ਦੁੱਗਣੇ ਹੋ ਜਾਣਗੇ ਜੀ। ਜਦ ਕਿਲੋ ਦਾ ਰੇਟ 50 ਰੁਪਏ ਕਿਲੋ ਆ ਤੇ ਜਦੋਂ 100 ਰੁਪਏ ਕਿਲੋ ਹੋਊਗਾ ਉਦੋਂ ਸਰਕਾਰ ਇੰਟਰਫੇਅਰ ਕਰ ਸਕਦੀ ਹੈ ਜੀ। ਐਗਜ਼ੈਕਟਲੀ। ਔਰ ਸੈਕੰਡ ਜਿਹੜਾ ਹੈਗਾ ਜਿਹੜੀਆਂ ਨਾਨ ਪੈਰੀਸ਼ੇਬਲ ਗੁੱਡਸ ਨੇ, ਜਿਹਦੇ ਸਾਡੇ ਸੀਰੀਅਲਸ, ਆਟਾ, ਦਾਲਾਂ, ਤੇਲ, ਬੀਜ, ਤੇਲ ਆ ਗਿਆ, ਉਹਦੇ ਚ ਜਦੋਂ ਰੇਟ 1.5 ਗੁਣਾ ਹੋ ਜਾਣਗੇ ਜੀ। ਉਹਦੇ ਚ ਵੀ ਅੱਗੋਂ ਤੁਸੀਂ ਸਿੱਧਮ ਸ਼ਰੀਫੀ ਦੇਖੋ ਕਿ who will decide that ਕਿ ਕਦੋਂ 100% ਇਨਫਲੇਸ਼ਨ ਹੋਗੀ ਕਿ ਜਾਂ ਤਾਂ ਪਿਛਲੇ 5 ਸਾਲ ਦਾ ਜਿਹੜਾ ਰੇਟ ਆ ਉਹਨਾਂ ਨੂੰ ਪਿਕ ਅਪ ਕਰਕੇ ਉਹ ਪੈਰਾਮੀਟਰ ਸੈੱਟ ਕੀਤੇ ਜਾਣਗੇ ਜੀ। ਤੇ ਪਿਛਲੇ 12 ਮਹੀਨਿਆਂ ਜਿਹੜਾ ਸਭ ਤੋਂ ਜ਼ਿਆਦਾ ਰੇਟ ਜੀ। ਮੀਨ ਟੂ ਸੇ ਕੋਈ ਜੇ all the things are contradictory and irrespective to each other। ਬਿਲਕੁਲ। ਇਹਦਾ ਇਕੱਲੇ ਕਿਸਾਨਾਂ ਤੇ ਨਹੀਂ, ਤੁਸੀਂ ਦੇਖੋ ਇਹਦੇ ਨਾਲ ਇਨਫਲੇਸ਼ਨ ਕਿੰਨੀ ਵਧਣੀ ਹੈ। ਕਿਸੇ ਇਕਨੋਮੀ ਦੇ ਸਟੂਡੈਂਟ ਨੂੰ ਅਗਰ ਪੁੱਛਾਂਗੇ ਕਿ ਜਦੋਂ ਚੀਜ਼ਾਂ ਦੇ ਰੇਟ ਦੁੱਗਣੇ ਹੋ ਗਏ ਤਾਂ ਮਾਰਕੀਟ ਦੇ ਵਿੱਚ ਡਿਮਾਂਡ ਐਂਡ ਸਪਲਾਈ ਦਾ ਕਿੰਨਾ ਰੌਲਾ ਪਊਗਾ। ਬਿਲਕੁਲ। ਸਟਾਕ ਦੀ ਆਪਾਂ ਇੱਕ ਪਿੰਡ 'ਚ ਇੱਕ ਵਿਅਕਤੀ ਆਇਆ, ਉਹਨੇ ਦੇਖਿਆ ਕਿ ਹਾਂ ਇੱਥੇ 20 ਦੁਕਾਨਾਂ ਨੇ ਜੀ। 20 ਦੁਕਾਨਾਂ ਦੇ ਕੋਲ ਤੌਰ ਤੇ ਕਿਸੇ ਕੋਲ 20 ਕਿਲੋ ਬੰਦੇ, ਕਿਸੇ ਕੋਲ 50 ਕਿਲੋ, ਕਿਸੇ ਕੋਲ 1 ਕੁਆਂਟਲ, ਔਰ ਉਹਨੇ ਦੇਖਿਆ ਵੀ 20 ਰੁਪਏ ਰੇਟ ਆ, ਉਹਨੇ ਕਿਹਾ ਜੀ 30 ਰੁਪਏ ਚੱਕ ਜੀ। ਹਰ ਬੰਦੇ ਨੇ ਐਸਟੀਮੇਟ ਟਰਸਟ ਕਰ ਉਹਨੇ ਕਿਹਾ ਯਾਰ ਮੈਨੂੰ 20 ਵਾਲੀ ਚੀਜ਼ ਦੇ 30 ਰੁਪਏ ਮਿਲਦੇ ਆ ਔਰ ਮੇਰੀ ਹੋਲ ਸੇਲ ਇੱਕੋ ਦਮ ਵਿਕ ਰਹੀ ਹੈ ਜੀ। ਔਰ 30 ਲੈ ਕੇ ਨਾਲ ਦੀ ਨਾਲ ਹੀ ਉੱਥੇ ਰੇੜੀ ਫੜੀ ਲਾ ਕੇ ਜਾਂ ਆਪਦੀ ਦੁਕਾਨ ਲਾ ਕੇ ਜਾਂ ਆਪਦੀ ਕਾਰਪੋਰੇਟ ਵਾਲੀ ਹੱਟੀ ਸਜਾ ਕੇ ਕਹੂਗਾ ਕਿ ਹੁਣੇ ਦਾ ਰੇਟ 50 ਰੁਪਏ ਹੈ ਜੀ। ਜਿਹਨੇ 30 ਰੁਪਏ ਵੇਚੇ ਉਹਨੂੰ ਵੀ 20 ਪੱਲਿਓ ਪਾ ਕੇ 50 ਰੁਪਏ ਦੇ ਹਿਸਾਬ ਨਾਲ ਲੈਣੇ ਪੈਣੇ ਜੀ। ਔਰ then no check and restriction from the government side, nobody will be able to interfere in this kind of the transaction because by virtue of these acts now these became legal। ਰਾਸ਼ਟਰਪਤੀ ਵੀ ਨਹੀਂ ਰੋਕ। ਇਹ ਇੰਨੇ ਜ਼ਿਆਦਾ ਭਿਆਨਕ ਨੇ, ਮਤਲਬ ਖੇਤੀ ਸੈਕਟਰ ਨੂੰ ਤਾਂ ਇਹਨਾਂ ਨੇ ਹਰਾਸ ਜਾਂ ਅਫੈਕਟ ਕਰਨਾ ਹੀ ਕਰਨਾ, ਬਾਕੀ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਉੱਪਰ ਵੀ ਇਹਨਾਂ ਦਾ ਇੰਨਾ ਮਾੜਾ ਇੰਪੈਕਟ ਪੈਣਾ। ਬਿਲਕੁਲ। ਜਿਹੜੀ ਆ ਤੀਸਰੀ ਜਿਹੜੀ ਚੀਜ਼ ਤੁਸੀਂ ਦੱਸੀ ਹੈ ਕਿ ਜ਼ਰੂਰੀ ਵਸਤਾਂ ਵਾਲਾ ਜਿਹੜਾ ਆਰਡੀਨੈਂਸ ਜਿਹਦੇ ਅਮੈਂਡਮੈਂਟ ਕੀਤੀ ਗਈ ਹੈਗੀ ਆ, ਸੋ ਇਹਦੇ ਵੱਲ ਤੇ ਦੇਖ ਕੇ ਇਹ ਲੱਗਦਾ ਹੈਗਾ ਜਿਹੜਾ ਕਿ ਅੱਜ ਇਸ ਤਰ੍ਹਾਂ ਦੇ ਨਾਲ ਮਹਿਸੂਸ ਹੋ ਰਿਹਾ ਕਿ ਸਿਰਫ ਕਿਸਾਨ ਹੀ ਜਿਹੜਾ ਹੈਗਾ ਉਹ ਹੀ ਸਿਰਫ ਉਹ ਹੀ ਅਫੈਕਟਡ ਆ ਜਾਂ ਉਹਨੂੰ ਹੀ ਉਹ ਹੀ ਪ੍ਰਭਾਵਿਤ ਹੋਏਗਾ, ਉਹ ਹੀ ਸਾਰੇ ਬੰਨਿਓ ਜਿਹੜਾ ਪਿਸ ਰਿਹਾ। ਪਰ ਜਦੋਂ ਇਸ ਜਿਹੜਾ ਐਕਟ ਬਣ ਚੁੱਕਿਆ ਹੋਣਾ ਇਸ ਟਾਈਮ ਦੇ ਉੱਤੇ, ਕਾਨੂੰਨ ਬਣ ਚੁੱਕਿਆ ਇੰਡੀਆ ਦੇ ਵਿੱਚ, ਉਹਨੂੰ ਜੇ ਧਿਆਨ ਦੇ ਨਾਲ ਦੇਖਿਆ ਤੇ ਪੜ੍ਹਿਆ ਜਾਵੇ, ਉਹਦੀਆਂ ਬਰੀਕੀਆਂ ਨੂੰ ਜਾਣਿਆ ਜਾਵੇ, ਤੇ ਮੈਨੂੰ ਇਹ ਲੱਗਦਾ ਕਿ ਉਹ ਤਾਂ ਹਰ ਇੱਕ ਉਹ ਇਨਸਾਨ ਜਿਹੜਾ ਉਸ ਖੇਤਰ ਦੇ ਵਿੱਚ ਖਿੱਤੇ 'ਚ ਵਸ ਰਿਹਾ ਉਹਦੇ ਤੇ ਇਫੈਕਟ ਕਰੇਗਾ। ਉਹਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈਗੀ ਆ, ਉਹਦਾ ਜਿਹੜਾ ਬਜਟ ਹੈਗਾ, ਜਿਹੜਾ ਜੋ ਵੀ ਉਹਦਾ ਜਿੰਨੇ ਵੀ ਕੋਈ ਪੈਸੇ ਕਮਾ ਰਿਹਾ ਹੈਗਾ, ਉਹ ਤੇ ਉਹਨੂੰ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਰਹੇਗਾ ਕਿ ਕਿਉਂਕਿ ਗੌਰਮੈਂਟ ਨੇ ਤਾਂ ਸਾਰਾ ਕੁਝ ਜਿਹੜਾ ਆ ਉਹ ਪ੍ਰਾਈਵੇਟ ਸੈਕਟਰ ਨੂੰ ਫੜਾ ਦਿੱਤਾ ਕਿ ਤੁਸੀਂ ਆਪਣੀਆਂ ਮਨਮਰਜ਼ੀਆਂ ਕਰੋ, ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ। ਸੋ ਇਹ ਇੱਕ ਪੱਖ ਤਾਂ ਇਹ ਪੱਕਾ ਹੀ ਆ, ਆਰਥਿਕਤਾ ਦਾ ਜਿਹੜਾ ਪੱਖ ਆ ਇਹ ਤਾਂ ਆਪਾਂ ਬਿਲਕੁਲ ਨਕਾਰ ਹੀ ਨਹੀਂ ਸਕਦੇ ਹੈਗੇ ਕਿ ਆਰਥਿਕ ਪੱਖ ਤੋਂ ਕਿੰਨਾ ਇਹ ਆਮ ਲੋਕਾਂ ਨੂੰ ਪ੍ਰਭਾਵਿਤ ਜਿਹੜਾ ਕਰੇਗਾ। ਮੈਂ ਥੋੜਾ ਜਿਹਾ ਇਹਨੂੰ ਖੰਗਾਲ ਰਿਹਾ ਸੀਗਾ, ਇਹਨੂੰ ਦੇਖ ਰਿਹਾ ਸੀਗਾ ਕਿ ਇਕੱਲਾ ਆਰਥਿਕ ਪੱਖ ਤਾਂ ਜਿਹੜਾ ਹੈ ਉਹ ਬਹੁਤ ਵੱਡਾ ਜਿਹੜਾ ਉਹ ਇਫੈਕਟ ਕਰੇਗਾ ਹੀ ਕਰੇਗਾ। ਸ਼ਾਇਦ ਤੁਸੀਂ ਮੇਰੇ ਨਾਲ ਇਹ ਸਹਿਮਤ ਹੋਵੋਗੇ
ਕਿ ਇਹੋ ਜਿਹੇ ਜਿਹੜੇ ਫਰਮਾਨ ਆ ਰਹੇ ਨੇ ਜਾਂ ਇਹੋ ਜਿਹੇ ਜਿਹੜੇ ਬਿੱਲ ਬਣ ਰਹੇ ਨੇ, ਫਿਰ ਬਿੱਲ ਤੋਂ ਬਾਅਦ ਇਹ ਕਾਨੂੰਨ ਬਿੱਲ ਪਾਸ ਹੁੰਦੇ ਨੇ, ਫਿਰ ਕਾਨੂੰਨ ਬਣਦੇ ਨੇ, ਇਹ ਪਿਛਲੇ ਤਕਰੀਬਨ 2-3 ਸਾਲ ਤੋਂ ਤਕਰੀਬਨ ਲਗਾਤਾਰ ਹੋ ਰਹੇ ਨੇ, ਕੰਟੀਨਿਊਸਲੀ ਹੋ ਰਹੇ ਨੇ ਕਿ ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਧਰਮ, ਇੱਕ ਚੀਜ਼ 'ਚ ਪਰੋਣ ਦੀ ਕੋਸ਼ਿਸ਼ ਕਰਕੇ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਇੱਕ ਜਿਹੜੀ ਹੈ ਅਣਐਲਾਨੀ ਗੁਲਾਮੀ ਵੱਲ ਧੱਕਿਆ ਜਾ ਰਿਹਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ? ਅੱਛਾ, ਬੜਾ ਤੁਸੀਂ ਵਧੀਆ ਇਹ ਨੁਕਤਾ ਜਿਹੜਾ ਉਠਾਇਆ ਨਾ। ਬੇਸਿਕਲੀ ਕੀ ਹੈ, all these things are contradictory to the basic provisions of the constitution। ਇੰਡੀਅਨ ਭਾਰਤੀ ਸੰਵਿਧਾਨ ਦੀ ਜਿਹੜੀ ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਕਿਹਾ ਸੀਗਾ ਕਿ ਸੋਲ ਆਫ ਕਨਸਟੀਟਿਊਸ਼ਨ ਕੀ ਹੈ, ਕਿ ਭਾਰਤ ਇੱਕ ਗੁਲਦਸਤਾ ਵਾ, ਯੂਨਿਟੀ ਡਾਇਵਰਸਿਟੀ ਕਿਹਾ ਗਿਆ ਸੀਗਾ। ਬਿਲਕੁਲ, ਕਿ ਡਿਫਰੈਂਟ ਲਿੰਗੁਇਸਟਿਕ, ਰਿਲੀਜੀਅਸ ਐਂਡ ਰੀਜਨਲ ਲੋਕ ਜਿਹੜੇ ਹੈਗੇ ਆ, ਵੱਖੋ ਵੱਖਰੀਆਂ ਐਂਟੀਟੀਜ਼ ਔਰ ਕਲਾਇੰਟਸ ਜਿਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ। ਬਿਲਕੁਲ, ਜੇ ਵੱਖ-ਵੱਖ ਭਿੰਨਤਾ ਜਿਹਨੂੰ ਆਪਾਂ ਕਹਿੰਦੇ ਪੰਜਾਬੀ 'ਚ ਕਹਿਣਾ ਹੋਵੇ ਤਾਂ ਭਿੰਨਤਾ, ਵੱਖੋ-ਵੱਖ ਗੁਲਦਸਤਾ ਕਹਿ ਸਕਦੇ ਹਾਂ ਆਪਾਂ ਜੀ। ਵਿਭਿੰਨਤਾ ਹੈਗੀ ਆ, ਉਹਨਾਂ ਸਾਰਿਆਂ ਨੂੰ ਰੈਗੂਲੇਸ਼ਨ ਦਿੱਤੀ ਜਾਊਗੀ। ਹੁਣ ਗਵਰਨਮੈਂਟ ਕੀ ਕਰ ਰਹੀ ਹੈ ਕਿ ਉਹ ਸਾਰੀਆਂ ਕਨਸਟੀਟਿਊਸ਼ਨਲ ਵੈਲਿਊਜ਼ ਨੂੰ ਸਿੱਕੇ ਟੱਕ ਕੇ ਕਿ ਵਨ ਨੇਸ਼ਨ ਵਨ ਟੈਕਸ ਇਨ ਦਾ ਫਾਰਮ ਆਫ GST ਜੀ, ਵਨ ਨੇਸ਼ਨ ਵਨ ਰਾਸ਼ਨ ਕਾਰਡ ਇੱਕ ਕਰਤਾ ਜੀ, ਐਂਡ ਵਨ ਨੇਸ਼ਨ ਵਨ ਐਗਰੀਰੀਅਨ ਪਾਲਿਸੀ ਜਿਹੜੀ ਹੁਣੇ ਲੈ ਕੇ ਆਈ ਹੈ ਕਿ ਇਹ ਜਿਹੜਾ ਦਿਸ ਵਾਸ ਦਾ ਸਬਜੈਕਟ ਆਫ ਸਟੇਟ ਗਵਰਨਮੈਂਟ ਟੂ ਫਾਰਮੂਲੇਟ ਔਰ ਟੂ ਡਰਾਫਟ ਦਾ ਲਾਜ਼ ਜੀ। ਧੱਕੇ ਦੇ ਨਾਲ ਦੇਖੋ ਕਿ ਫੈਡਰਲ ਸਟਰਕਚਰ ਆ, ਭਾਰਤੀ ਸੰਵਿਧਾਨ ਦੀ ਜਿਹੜੀ ਖੂਬਸੂਰਤੀ ਆ ਕਿ it's following the federal lines with the unitary features ਜੀ। ਇਸ ਜਿਹੜੀਆਂ ਜਿਵੇਂ ਤੁਹਾਡੇ ਇੱਥੇ ਅਮਰੀਕਾ ਦੇ ਵਿੱਚ ਅੰਦਰ 50 ਸਟੇਟਸ ਜੀ ਔਰ ਵੱਖੋ ਵੱਖਰੇ ਪ੍ਰੀਮੀਅਰ ਬਣਦੇ ਔਰ ਸਿੱਧਾ ਡਾਇਰੈਕਟ ਰਾਸ਼ਟਰਪਤੀ ਹੁੰਦੇ ਨੇ ਜੀ। ਉਹ ਇੱਥੇ ਕਿਸੇ ਦੇ ਫੈਡਰਲ ਜਿਹੜਾ ਹੈਗਾ ਉਹਦੀ ਖੂਬਸੂਰਤੀ ਇਹ ਆ ਕਿ ਜਿਹੜੇ 2-3 ਸੈਕਟਰ ਆ, ਜਿਵੇਂ ਐਕਸਟਰਨਲ ਅਫੇਅਰਸ ਜੀ ਜੀ, ਐਕਸਟਰਨਲ ਅਫੇਅਰਸ ਹੋ ਗਿਆ ਔਰ डिफेंस हो गया जी, फाइनेंस हो गई, सेंट्रल गवर्नमेंट देखूगी जी। बाकी ਜਿਹੜਾ ਹੈ ਸਟੇਟ ਗਵਰਨਮੈਂਟ ਦੇ ਪਰਵਿਊ ਚ ਹੋਣਗੇ ਜੀ, ਪਰ ਉਹ ਸਾਰੀ ਨੂੰ ਵਾਇਲੇਟ ਕਰਕੇ ਜਿਹੜਾ ਹੈਗਾ ਇਸ ਢੰਗ ਨਾਲ ਇਹਨਾਂ ਨੂੰ ਸਿੱਕੇ ਟੱਕਿਆ ਜਾ ਰਿਹਾ। ਜਿਹੜੀ ਤੁਸੀਂ ਦੂਜੀ ਗੱਲ ਕੀਤੀ ਕਿ ਕੱਲਾ ਇਕਨੋਮਿਕ ਆਰਥਿਕ ਇਫੈਕਟ ਨਹੀਂ ਪੈਣਾ ਜੀ, ਇੱਕ ਜਿਹੜਾ ਤੁਹਾਡੀ ਆਪਸੀ ਸਾਂਝ ਆ ਜੀ। ਹੁਣ ਅਗਰ ਜ਼ਿਮੀਂਦਾਰ ਕਿਸਾਨ ਕੋਲੇ ਪੈਸੇ ਨੇ ਤਾਂ ਉਹਦੇ ਨਾਲ ਕਰਿਆਨੇ ਦੀ ਹੱਟੀ ਵੀ ਚੱਲਦੀ ਹੈ ਜੀ, ਉਹਦੇ ਨਾਲ ਜਿਹੜਾ ਮਨਿਆਰੀ ਦਾ ਸਮਾਨ ਵੀ ਵਿਕਦਾ, ਉਹਦੇ ਨਾਲ ਜਿਹੜਾ ਕੋਈ ਕੱਪੜੇ ਵਾਲਾ ਹੈਗਾ ਉਹਦਾ ਕੰਮ ਨਹੀਂ ਚੱਲਦਾ, ਜਿਹੜਾ ਸੁਨਿਆਰਾ ਉਹਦਾ ਕੰਮ ਨਹੀਂ ਚੱਲਦਾ ਜੀ, ਉਹਦੇ ਨਾਲ ਜਿਹੜੀਆਂ ਵਰਕਸ਼ਾਪਸ ਨੇ, ਪੈਸਟੀਸਾਈਡ ਸਟੋਰਸ ਨੇ ਜੀ, ਸਾਰਾ ਕੁਝ ਬੇਸਿਕ ਜਿਹੜਾ ਬੇਸ ਆ, ਜਿਹੜੀ ਨੀਂਹ ਆ, ਉਹ ਐਗਰੀਕਲਚਰ ਆ। ਅਗਰ ਕਿਸਾਨ ਵਿਹਲਾ ਹੋ ਗਿਆ ਤਾਂ ਇਹ ਸਾਰੇ ਲੋਕਾਂ ਦੀ ਜਿਹੜੀ ਇਕਨੋਮੀ ਆ ਉਹ ਸੱਤ ਵੱਜਣੀ ਵੱਜਦੀ ਜੀ। ਪਰ ਜਿਹੜੀ ਆ ਮੈਂ ਸੈਂਟਰਲ ਕਮੋਡਿਟੀਜ਼ ਐਕਟ ਦੀ ਗੱਲ ਕੀਤੀ ਹੈ ਕਿ ਹਰ ਜਿਹੜੇ ਘਰ ਚ ਰਸੋਈ ਹੈ, ਜਿਹਦੀ ਰਸੋਈ ਦਾ ਬਜਟ ਅੱਜ 5000 ਆ ਤੇ ਸਿੱਧਾ ਹੀ 10-12 ਤੇ ਜਾਊਗਾ ਜੀ। ਜਦੋਂ ਆਰਥਿਕਤਾ ਡੋਲਦੀ ਹੈ ਫਿਰ ਡਿਪਰੈਸ਼ਨ ਵੀ ਆਉਂਦੇ ਆ ਜੀ, ਆਪਸੀ ਪ੍ਰੋਫੈਸ਼ਨਾਂ ਦੇ ਵਿੱਚ ਵੀ ਤ੍ਰੇੜਾਂ ਆਉਂਦੀਆਂ ਜੀ। ਸੋ ਪਰ ਇਹਨਾਂ ਦਾ ਇੰਪੈਕਟ ਇਸ ਹਿਸਾਬ ਨਾਲ ਪੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇ 2 ਡੈਕੇਡਸ ਜੇ ਇਹ ਇਸੇ ਤਰ੍ਹਾਂ ਨਾ ਰੁਕੇ, ਹਾਲਾਂਕਿ ਕਿਸਾਨ ਜਥੇਬੰਦੀਆਂ ਬਹੁਤ ਤਿੱਖਾ ਸੰਘਰਸ਼ ਕਰ ਰਹੀਆਂ, ਬੜਾ ਸੈਕਰੀਫਾਈਸ ਉਹਨਾਂ ਦਾ ਵੀ ਲਗਾਤਾਰ ਬੈਕ ਟੂ ਬੈਕ ਲੱਗੇ ਹੋਏ ਆ। ਅਗਰ ਅਨਫੋਰਚੂਨੇਟਲੀ ਇਹ ਲਾਗੂ ਹੋ ਗਏ ਤਾਂ देयर विल बी ओनली वन यूनिफॉर्म क्लास, लेबर क्लास जी। ਸਾਰੇ ਲੋਕ ਲੇਬਰ ਕਰਨਗੇ ਔਰ ਕਾਰਪੋਰੇਟਸ ਜਿਵੇਂ ਕਲੋਨੀਅਲ ਰਾਜ ਸੀ ਨਾ ਜੀ ਜੀ, ਉਹਦਾ ਨਾਲ ਇਫੈਕਟ ਕਰੂਗਾ ਸਾਰੀ ਚੀਜ਼ ਜੀ। ਬਿਲਕੁਲ, ਕਿਉਂਕਿ ਇਹ ਬਿਲਕੁਲ ਉਸੇ ਪੈਟਰਨ ਦੇ ਉੱਤੇ ਮੈਂ ਤਕਰੀਬਨ ਪਿਛਲੇ ਸਾਲ ਤੋਂ 1 ਸਾਲ ਤੋਂ ਮੈਂ ਇੱਕ ਪ੍ਰੋਗਰਾਮ ਕਰ ਰਿਹਾ ਸੀਗਾ ਲਗਾਤਾਰ ਕਿ ਪੰਜਾਬੀਓ ਜਾਗਦੇ ਕਿਸ ਉੱਤੇ। ਮੇਰੇ ਪ੍ਰੋਗਰਾਮ ਦਾ ਨਾਂ ਹੀ ਇਹ ਸੀਗਾ। ਸੋ ਉਹਦੇ ਵਿੱਚ ਤਕਰੀਬਨ ਜਦੋਂ ਧਾਰਾ 370 ਇਹਨਾਂ ਨੇ ਤੋੜੀ ਆ, ਉਸ ਤੋਂ ਲੈ ਕੇ ਡਿਟੇਲ ਦੇ ਵਿੱਚ ਮੈਂ ਇਹ ਕਹਿ ਰਿਹਾ ਸੀਗਾ ਕਿਉਂਕਿ ਜਦੋਂ ਅਸੀਂ ਬਹੁਤ ਸਾਰੇ ਬੁੱਧੀਜੀਵੀ ਨਾਲ ਗੱਲ ਕਰਦੇ ਸੀਗੇ ਤੇ ਉਹ ਹਮੇਸ਼ਾ ਇਹ ਗੱਲ ਕਰਦੇ ਸੀਗੇ ਕਿ ਆਪਾਂ ਇਹ ਨਾ ਸਮਝੀਏ ਕਿ ਧਾਰਾ 370 ਟੁੱਟ ਗਈ ਹੈ ਤੇ ਸਿਰਫ ਉਹਦੇ ਨਾਲ ਜੰਮੂ ਐਂਡ ਕਸ਼ਮੀਰ ਤੇ ਫਰਕ ਪੈ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇ ਉੱਤੇ ਤਲਵਾਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲਟਕੇਗੀ ਔਰ ਹਰ ਉਹ ਇਨਸਾਨ ਜਿਹੜਾ ਉੱਥੋਂ ਦਾ ਬਸ਼ਿੰਦਾ, ਭਾਰਤ ਦਾ ਬਸ਼ਿੰਦਾ, ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਅਫੈਕਟਡ ਹੋਏਗਾ। ਇਹ ਨਾ ਸਮਝੀਏ ਕਿ ਅੱਜ ਕਿਸੇ ਦੇ ਉੱਤੇ ਤਲਵਾਰ ਲਟਕ ਰਹੀ ਹੈ ਤੇ ਕੱਲ ਨੂੰ ਸਾਡੇ ਉੱਤੇ ਉਹ ਜਿਹੜੀ ਆ ਉਹ ਨਹੀਂ ਭਾਰੂ ਪੈ ਸਕਦੀ। ਸੋ ਉਹ ਲਗਾਤਾਰ ਜਦੋਂ ਕਰਦੇ ਆ ਰਹੇ ਸੀ ਤੇ ਕਈ ਸਵਾਲ ਲੋਕਾਂ ਦੇ ਆਉਂਦੇ ਸੀਗੇ ਜੀ ਦੇਖੋ ਜੀ ਤੁਸੀਂ ਚੰਗੀ ਹੋਈ ਚੀਜ਼ ਨੂੰ ਵੀ ਜਿਹੜਾ ਹੈ ਉਹ ਸਲਾਉਂਦੇ ਨਹੀਂ ਹੈਗੇ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ। ਸੋ ਅੱਜ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਗਿਆ। ਅੱਜ ਕਿਸਾਨ ਐਜੀਟੇਸ਼ਨ ਕਰ ਰਿਹਾ, ਉਹ ਆਪਣਾ ਜਿੱਥੇ ਕਿ ਉਹ ਆਪਣੀ ਫਸਲਵਾੜੀ ਵੱਲ ਧਿਆਨ ਦੇਣਾ ਸੀ ਉਸਨੇ ਕਿ ਫਸਲ ਨੂੰ ਸਾਂਭਣਾ ਕਿਵੇਂ ਆ, ਅੱਜ ਉਹ ਸੜਕਾਂ ਦੇ ਉੱਤੇ ਆ।
ਅੱਜ ਸਾਡੇ ਨੌਜਵਾਨ ਸੜਕਾਂ ਦੇ ਉੱਤੇ ਆ, ਜਿੱਦਾਂ ਤੁਸੀਂ ਵੀ ਬਹੁਤ ਐਕਟਿਵਲੀ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਫੋਲੋ ਕਰਦਾ ਰਹਿਣਾ, ਤੁਸੀਂ ਬਹੁਤ ਐਕਟਿਵਲੀ ਜਾ ਕੇ ਕਿੰਨਾ ਟਾਈਮ ਸਪੈਂਡ ਕਰਨਾ ਪੈਂਦਾ, ਕਿੰਨਾ ਲੋਕਾਂ ਨੂੰ ਸਮਝਾਉਣਾ ਪੈਂਦਾ, ਕਿੰਨਾ ਲੋਕਾਂ ਡੀਪ ਜਿਹੜਾ ਜਾ ਕੇ ਰੂਟ ਲੈਵਲ ਤੇ ਜਾ ਕੇ ਕੰਮ ਕਰਨਾ ਪੈਂਦਾ। ਹਰ ਚੀਜ਼ ਜਿਹੜੀ ਆ ਕਈ ਵਾਰੀ ਸਾਨੂੰ ਠੀਕ ਹੈ ਕਿ ਕਈ ਵਾਰੀ ਸਾਨੂੰ ਝੋਕ ਦਿੱਤਾ ਜਾਂਦਾ ਕਿ ਲਓ ਤੁਸੀਂ ਹੁਣ ਇਸ ਦੇ ਵਿੱਚ ਸਟਰਗਲ ਕਰੋ, ਤੇ ਪਰ ਲੇਕਿਨ ਉਸ ਸਟਰਗਲ ਨੂੰ ਆਪਾਂ ਜੇ ਆਪਾਂ ਪੂਰੀ ਤਰ੍ਹਾਂ ਦੇ ਨਾਲ ਦੇਖੀਏ ਤੇ ਇਹ ਸਾਨੂੰ ਸਟਰਗਲ ਦੀ ਜ਼ਰੂਰਤ ਪੈਣੀ ਚਾਹੀਦੀ ਸੀ। ਕੀ ਸਮਝਦੇ ਹੋ ਤੁਸੀਂ ਕਿ ਸਾਨੂੰ ਇਹ ਪੈਣੀ ਨਹੀਂ ਸੀ ਚਾਹੀਦੀ ਜੇ ਅਸੀਂ ਉਸ ਆਜ਼ਾਦ ਦੇਸ਼ ਦੇ ਵਿੱਚ ਜਿੱਥੇ ਕਿ ਜੇ ਉਸ ਜਿਹੜਾ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ, ਜਿਹੜੇ ਆਪਾਂ ਸੰਵਿਧਾਨ ਦੀ ਗੱਲ ਕਰਦੇ ਹਾਂ, ਉਹਨੂੰ ਉਹੀ ਲੋਕ ਨਹੀਂ ਮੰਨ ਰਹੇ ਜਿਹੜੇ ਲੋਕ ਅੱਜ ਸੱਤਾਧਾਰੀ ਨੇ, ਜਿਹੜੇ ਲੋਕ ਅੱਜ ਰਾਜ ਕਰਦੇ ਪਏ ਨੇ, ਉਹੀ ਕਾਨੂੰਨ ਨੂੰ ਛਿੱਕੇ ਟੰਗ ਰਹੇ ਨੇ, ਉਹੀ ਕਾਨੂੰਨ ਬਦਲ ਰਹੇ ਨੇ, ਉਹੀ ਆਪਣੇ ਢੰਗ ਨਾਲ ਹਰ ਚੀਜ਼ ਚਲਾ ਰਹੇ ਨੇ। ਜੀ 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 ਭਾਰਤ ਦੇ ਲੋਕਾਂ ਨੂੰ ਉਦੋਂ ਹੀ ਉੱਠਣਾ ਚਾਹੀਦਾ ਸੀ ਜਦੋਂ ਧਾਰਾ 370 ਦੇ ਉੱਪਰ ਇਹਨਾਂ ਨੇ ਹਮਲਾ ਕੀਤਾ। ਜੀ ਹਰ ਬੰਦੇ ਨੇ, ਹਰ ਵਿਅਕਤੀ ਨੇ ਉਹਦਾ ਸਵਾਗਤ ਕਰਤਾ ਕਿ ਹਾਂਜੀ ਹਾਂਜੀ ਬੜਾ ਜੀ ਮੋਦੀ ਇਜ਼ ਵੈਰੀ ਡਿਟਰਮਿਨਡ, ਜੀ ਬੜਾ ਵੱਡਾ ਕੰਮ ਕਰਨਾ ਜਿਹੜਾ ਰਾਜ ਨਹੀਂ ਹੋ ਸਕਿਆ। ਸੋ ਦੱਸੋ ਜੀ ਜਿਹੜੀ ਵੈਲਫੇਅਰ ਸਟੇਟ ਦਾ ਉਹਦੇ ਚ ਸਭ ਤੋਂ ਪਹਿਲਾ ਜਿਹੜਾ ਕੰਮ ਕੀ ਹੈ ਕਿ ਵੈਲਫੇਅਰ ਆਫ ਦਾ ਪੀਪਲ ਐਂਡ ਜਿਹੜੀਆਂ ਹਿਊਮਨਿਟੇਰੀਅਨ ਗਰਾਊਂਡਸ ਆ। ਜੀ ਵੈਲਫੇਅਰ ਸਟੇਟ ਕਿ ਡੈਮੋਕ੍ਰੈਟਿਕ ਸਟੇਟ ਆ, ਉਹਨਾਂ ਦਾ ਕੋਈ ਵੀ ਕਾਨੂੰਨ, ਕੋਈ ਵੀ ਐਕਟ ਜਿਹੜਾ ਉਹਨਾਂ ਦਾ ਕੋਈ ਵੀ ਉਹਨਾਂ ਨੇ ਕਦਮ ਚੁੱਕਣਾ ਉਹ ਹਿਊਮਨਿਟੇਰੀਅਨ, ਹਿਊਮਨ ਫ੍ਰੈਂਡਲੀ ਐਂਡ এনवायरमेंट ਫ੍ਰੈਂਡਲੀ ਹੋਣਾ ਚਾਹੀਦਾ ਵਾ। ਜੀ ਤੁਹਾਡੇ ਮੁਲਕਾਂ एनवायरमेंट ਦੀ ਕਿੰਨੀ ਕਦਰ ਹੈ, ਜੇ ਇੱਕ ਟ੍ਰੀ ਵੀ ਅਪਰੂਵ ਕਰਨਾ ਪਵੇ ਉਹਦੇ ਲਈ ਪ੍ਰੋਪਰ ਇੱਕ ਪ੍ਰੋਸੀਜਰ ਹੈ, ਪਰਮਿਸ਼ਨ ਲੈਣੀ ਪੈਂਦੀ ਹੈ। ਬਿਲਕੁਲ ਜੀ। ਇਹਦੇ ਜਿਹੜਾ ਹੈਗਾ ਗਵਰਨਮੈਂਟਸ ਆਰ ਟੈਕਨੀਕ ਐਂਡ ਕਾਰਪੋਰੇਟ ਫ੍ਰੈਂਡਲੀ। ਜੀ ਇਹਨਾਂ ਦਾ ਜਿਹੜਾ ਮਾਡਲ ਆ ਇਹ ਸਿਰਫ ਇਨਫਰਾਸਟ੍ਰਕਚਰ ਖੜਾ ਕਰਨ ਨੂੰ, ਕੋਲੋਨਾਈਜੇਸ਼ਨ ਨੂੰ, ਔਰ ਜਿਹੜੇ ਵੱਡੇ ਵੱਡੇ ਦੌਰ ਬਣ ਗਏ ਸਿਰਫ ਉਹਨਾਂ ਨੂੰ ਜਿਹੜਾ ਪੀਡਬਲਿਊਡੀ ਡਿਪਾਰਟਮੈਂਟ ਹੈਗਾ ਸਿਰਫ ਉਹਨੂੰ ਤਰੱਕੀ ਸਮਝੀ ਜਾਂਦੇ ਆ। ਜੀ ਜਦੋਂ ਜੇ&ਕੇ ਹੋਇਆ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਐਨਪੀਆਰ ਨੈਸ਼ਨਲ ਪਾਪੂਲੇਸ਼ਨ ਰਜਿਸਟਰ, ਨੈਸ਼ਨਲ ਰਜਿਸਟਰ ਫਾਰ ਸਿਟੀਜ਼ਨ, ਉਸ ਤੋਂ ਬਾਅਦ ਸੀਏਏ ਸਿਟੀਜ਼ਨ ਅਮੈਂਡਮੈਂਟ ਐਕਟ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਸੀਗੇ। ਜੀ ਉਹ ਉਦੋਂ ਵੀ ਕੋਲੇ ਫਿਰ ਮੁਸਲਮਾਨਾਂ ਦੇ ਐਟਰੋਸਿਟੀਜ਼ ਕੀਤੀਆਂ, ਸ਼ਹੀਨ ਬਾਗ ਦੇ ਵਿੱਚ ਲੋਕਾਂ ਤੇ ਯੂਏਪੀਏ ਦੇ ਜਿਹੜਾ ਹੈਗਾ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਪਰਚੇ ਦੇ ਦਿੱਤੇ। ਜੀ ਸਾਪਾ ਇੱਕ ਲੋ ਹੈਗਾ ਉਹਦੇ ਤਹਿਤ ਜਿਹੜਾ ਮਤਲਬ ਲੋਕਾਂ ਨੂੰ ਅੰਦਰ ਕੀਤਾ ਗਿਆ। ਜੀ ਉਦੋਂ ਲੋਕਾਂ ਨੂੰ ਲੱਗਦਾ ਤੇ ਬਹੁਤ ਦੂਰ ਵੱਧਦੀ ਹੈ, ਜੇ ਉਦੋਂ ਸਾਰੇ ਲੋਕ ਇਕੱਠੇ ਹੋ ਕੇ ਕਲੈਕਟਿਵ ਐਫਰਟਸ ਕਰਦੇ ਜੀ ਤਾਂ ਗਵਰਨਮੈਂਟ ਨੂੰ ਕੰਮ ਹੋ ਜਾਂਦੇ। ਬਿਲਕੁਲ ਤਾਂ ਰਹਿੰਦੇ ਕਿ ਕੋਲ ਸਪੈਸੀਫਿਕਲੀ ਇਹ ਪੰਜਾਬ ਕਿ ਅਸੀਂ ਜਿਹੜੇ ਗੁਰੂਆਂ ਪੀਰਾਂ ਦੇ ਵਾਰਿਸ ਆ ਔਰ ਜਾਂ ਜਿਹੜੇ ਸ਼ਹੀਦਾਂ ਦੇ ਕੌਮ ਦੇ ਸ਼ਹੀਦ ਨੇ, ਚਾਹੇ ਮੁਲਕ ਦੇ ਸ਼ਹੀਦ ਨੇ, ਉਹਨਾਂ ਦਾ ਬਲੱਡ ਸਾਡੀਆਂ ਰਗਾਂ 'ਚ ਆ ਤੇ ਅਸੀਂ ਇਹਨਾਂ ਦੀ ਤੈਅ ਮੰਨਣੀ ਨਹੀਂ ਗੀ। ਜੀ ਹੁਣ ਫਾਟਾ ਹੈ ਬਿਨਾਂ ਉਹਨਾਂ ਦੀ ਫਲੋਰ ਜੇ ਉਦੋਂ ਅਸੀਂ ਉੱਠ ਖੜੇ ਹੁੰਦੇ ਤਾਂ ਇੱਥੋਂ ਤੱਕ ਨਰਿੰਦਰ ਮੋਦੀ ਸਰਕਾਰ ਦੀ ਹਿੰਮਤ ਨਹੀਂ ਪੈਣੀ ਸੀ। ਜੀ ਬਿਲਕੁਲ। ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੇ ਗਵਰਨਮੈਂਟ ਸੁਹਿਰਦ ਹੋਣ ਤੇ ਅਸੀਂ ਲਗਭਗ ਤੁਸੀਂ ਦੇਖੋ 15 ਜੂਨ ਤੋਂ ਲੈ ਕੇ ਮੈਂ ਪਹਿਲਾਂ ਸਿਰਫ ਪ੍ਰਚਾਰ ਕਰ ਰਿਹਾ ਸੀਗਾ, ਹੁਣ 7 ਸਤੰਬਰ ਤੋਂ ਲੈ ਕੇ ਤਾਂ ਲਗਾਤਾਰ ਅੱਜ 21 ਦਿਨ ਹੋ ਗਿਆ ਵੀ ਅਸੀਂ ਸੜਕਾਂ ਤੇ ਜਾਂ ਕਦੀ ਜੇਲ੍ਹ ਮੋਰੇ, ਕਦੀ ਡੀਸੀ ਦਫ਼ਤਰ ਮੋਰੇ, ਕਦੀ ਰੇਲਵੇ ਟਰੈਕ ਤੇ, ਕਦੀ ਨੈਸ਼ਨਲ ਹਾਈਵੇ ਤੇ ਤਿੱਖੀ ਧੁੱਪ ਦੇ ਵਿੱਚ ਬੀਬੀਆਂ ਵੀ ਨਾਲ ਵੀ ਨੇ। ਇਹ ਸਾਰਾ ਬੇਸਿਕਲੀ ਕਿਉਂ ਪਿਆ ਹੋਇਆ? ਬਿਕੋਜ਼ ਆਫ ਨੈਗਲੀਜੈਂਸ ਆਫ ਦਾ ਗਵਰਨਮੈਂਟ। ਜੀ ਸਾਡੀਆਂ ਤੇ ਲੋਕਾਂ ਨੇ ਜਿਵੇਂ ਪਹਿਲਾਂ ਗੱਲ ਕੀਤੀ ਕਿ ਸਰਕਾਰਾਂ ਹਿਊਮਨ ਫ੍ਰੈਂਡਲੀ, ਪੀਪਲ ਫ੍ਰੈਂਡਲੀ, ਪ੍ਰੋ ਪੀਪਲ, ਪ੍ਰੋ এনवायरमेंट ਹੋਣੀਆਂ ਚਾਹੀਦੀਆਂ, ਬਟ ਦੇ ਆਰ ਪ੍ਰੋ ਕਾਰਪੋਰੇਟੇਰੀਅਨ। ਜੀ ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਤੱਕ ਲੋਕ ਡਿਸਾਈਡ ਕਰਦੇ ਸੀ ਔਰ ਸਰਕਾਰਾਂ ਨੂੰ ਲੋਕਾਂ ਦੀ ਗੱਲ ਮੰਨਣੀ ਪੈਂਦੀ ਸੀ, ਹੁਣ ਕਾਰਪੋਰੇਟ ਡਿਸਾਈਡ ਕਰਦਾ। ਜੀ ਦੇਖੋ ਪੰਚਾਇਤੀ ਇਲੈਕਸ਼ਨ ਤੱਕ ਇੰਨੀ ਇੰਟਰਫੇਰੈਂਸ ਹੋ ਗਈ ਹੈ। ਅੱਜ ਤੋਂ 20 ਸਾਲ ਪਹਿਲਾਂ ਜਦੋਂ ਤੁਸੀਂ ਇੱਧਰ ਨੂੰ ਮੂਵ ਕੀਤੇ ਹੋਗੇ ਜਾਂ ਜਦੋਂ ਬਿਲਕੁਲ ਚੜ੍ਹਦੀ ਉਮਰ 'ਚ ਹੋਵੋਗੇ ਤਾਂ ਉਦੋਂ ਪਿੰਡ ਦੀ ਪੰਚਾਇਤ ਦੀ ਬੜੀ ਰੁਕਤ ਹੁੰਦੀ ਸੀ। ਜੀ ਬਿਲਕੁਲ। ਔਰ ਫਿਰ ਉਸਕੇ ਘਰੇ ਬਹਿ ਜਾਂਦੇ ਸੀ ਤਾਂ ਐਮਐਲਏ ਨੂੰ ਘਰੇ ਆ ਕੇ ਮਿੰਨਤਾਂ ਕਰਨੀਆਂ ਪੈਂਦੀਆਂ ਸੀ। ਜੀ ਔਰ ਐਮਐਲਏ ਕਦੇ ਵੀ ਸਰਪੰਚਾਂ ਦੇ ਕੰਮ 'ਚ ਇੰਟਰਫੇਅਰ ਨਹੀਂ ਕਰਦੇ ਸੀ। ਕੋਈ ਮਸਲਾ ਪੈ ਜਾਣਾ ਉਹ ਕਹਿੰਦੇ ਨਹੀਂ ਬਈ ਇਹ ਤੁਹਾਡੀ ਪੰਚਾਇਤ ਡਿਸਾਈਡ ਕਰੂਗੀ। ਜੀ ਹੁਣ ਸਿਸਟਮ ਜਿਹੜਾ ਹੈ ਇੰਨਾ ਡੀਗ੍ਰੇਡ, ਇੰਨਾ ਇਮੋਰਲ ਔਰ ਇੰਨਾ ਗੰਦਲਾ ਹੋ ਗਿਆ ਕਿ ਸਾਰੇ ਲੋਕਾਂ ਨੂੰ ਉਹਨੇ ਹੱਥ ਠੋਕ ਕੇ ਬਣਾ ਲਿਆ। ਜੀ ਜਦ ਤੱਕ ਮੋਨਿਟਰੀ ਲਾਲਚ ਦੇ ਕੇ ਛੋਟੇ ਮੋਟੇ ਔਰ ਕਾਰਪੋਰੇਟ ਡਿਸਾਈਡ ਕਰਦੇ ਆ ਕਿ ਸਰਕਾਰ ਨੇ ਕਿੱਦਾਂ ਚੱਲਣਾ, ਸਰਕਾਰ ਨੇ ਕਿਸ ਕਿਸਮ ਦੇ ਕੰਮ ਕਰਨੇ ਆ। ਜੀ ਉਹਦੇ 'ਚ ਕਾਫੀ ਵੈਲਿਊ ਦੀ ਕੋਈ ਪਰਵਾਹ ਨਹੀਂ ਕਰ ਰਹੇ। ਜੀ ਹੁਣ ਤੁਸੀਂ ਦੇਖੋ ਕਿ ਕਿਸਾਨ ਵਾਸਤੇ ਕਾਨੂੰਨ ਨੇ। ਜੀ ਕਿਸਾਨਾਂ ਨੂੰ ਵੀ ਰੇਲਵੇ ਟਰੈਕਾਂ ਦੇ, ਸੜਕਾਂ ਤੇ ਮਤਲਬ ਕਿਤੇ ਪਾਣੀ ਦੀਆਂ ਮਸ਼ਾਲਾਂ ਅੱਗੇ ਬੈਠੇ ਹੋਏ ਆ ਔਰ ਸਰਕਾਰ ਕਹਿ ਰਹੀ ਹੈ ਅਸੀਂ ਤੁਹਾਨੂੰ ਫਾਇਦਾ ਦੇਣਾ। ਜੀ ਮੀਨਸ ਕਿਸਾਨਾਂ ਨੂੰ ਆਮ ਵਰਤ ਕੇ ਫਾਇਦਾ ਕਾਰਪੋਰੇਟ ਨੂੰ ਦੇਣਾ।
ਜੀ ਬਿਲਕੁਲ, ਕਿਉਂਕਿ ਜਿਹੜਾ ਜੇ ਤੁਸੀਂ ਕੋਈ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਚ ਪਾਵਰ ਜਿਹੜੀ ਆ ਉਹ ਡਿਵਾਈਡ ਹੁੰਦੀ ਆ, ਕਿਉਂਕਿ ਫੈਡਰਲ ਜਿਹੜੀ ਹੈਗੀ ਆ ਉਹ ਜਿੱਦਾਂ ਤੁਸੀਂ ਦੱਸਿਆ ਕਿ 2-3 ਮਹਿਕਮਿਆਂ ਤੋਂ ਇਲਾਵਾ ਜਿਹੜੀ ਹੈ ਉਹਨਾਂ ਕੋਲ ਉਸ ਤੋਂ ਬਾਅਦ ਪਾਵਰ ਡਿਵਾਈਡ ਹੁੰਦੀ ਆ ਸਟੇਟ ਕੋ। ਸਟੇਟ ਜਿਹੜੀ ਹੈਗੀ ਆ, ਜਿਹੜੀਆਂ ਅੱਗੇ ਸਬ ਸਟੇਟਸ ਜਿਹੜੀਆਂ ਹੈਗੀਆਂ ਨੇ ਜਿੱਦਾਂ ਪੰਜਾਬ ਹੈ, ਹਰਿਆਣਾ, ਹਿਮਾਚਲ ਹੈ, ਉਹਨਾਂ ਕੋਲ ਇੱਕ ਸੈਪਰੇਟ ਪਾਵਰਸ ਹੁੰਦੀਆਂ ਨੇ। ਤੋਂ ਉਸ ਤੋਂ ਜਿਹੜੀ ਉਹ ਪਾਵਰ ਜਿਹੜੀ ਸਟੇਟ ਆ, ਸਟੇਟ ਪਾਵਰ ਹੀ ਅੱਗੇ ਡਿਸਟਰੀਬਿਊਟ ਕਰਦੀ ਹੈਗੀ ਆ, ਜਿਹੜੀਆਂ ਜਿੱਥੇ ਆਪਾਂ ਵੱਡੇ ਜਿੱਥੇ ਕਾਰਪੋਰੇਸ਼ਨਸ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਫਿਰ ਜਾਂ ਛੋਟੀਆਂ ਕਮੇਟੀਆਂ ਹੈਗੀਆਂ ਨੇ, ਕਮੇਟੀਆਂ ਤੋਂ ਬਾਅਦ ਜਿਹੜੀ ਉਹ ਪਿੰਡਾਂ ਦੀਆਂ ਪੰਚਾਇਤਾਂ ਤੱਕ ਜਿਹੜੀ ਜਿੰਨੀ ਵੀ ਸਾਡੀ ਪਾਵਰ ਆ ਉਹ ਡਿਵਾਈਡ ਕੀਤੀ ਜਾਂਦੀ ਆ। ਤਾਂ ਉਸ ਚੀਜ਼ ਨੂੰ ਆਪਾਂ ਮੰਨ ਸਕਦੇ ਹਾਂ ਕਿ ਇਹ ਡੈਮੋਕ੍ਰੇਸੀ ਦਾ ਜਿਹੜਾ ਆਪਾਂ ਪੂਰੀ ਡੈਮੋਕ੍ਰੇਸੀ ਕਹਿ ਸਕਦੇ ਹਾਂ। ਸੋ ਜਦੋਂ ਇੰਡੀਆ ਜਿਹੜਾ ਆਪਣੇ ਤੌਰ ਦੇ ਉੱਤੇ ਇਹ ਤਾਂ ਕਹਿ ਰਿਹਾ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਟਿਕ ਮੁਲਕ ਹੈਗਾ, ਪਰ ਉਹ ਡੈਮੋਕ੍ਰੇਸੀ ਦਾ ਤੇ ਉੱਥੇ ਇਸ ਟਾਈਮ ਦੇ ਉੱਤੇ 2% ਵੀ ਨਾਮੋ ਨਿਸ਼ਾਨ ਨਹੀਂ ਹੈਗਾ। ਇਸ ਟਾਈਮ ਦੇ ਉੱਤੇ ਸਿਰਫ ਹਿਟਲਰ ਵਾਲੀ ਬਿਲਕੁਲ ਥਿਊਰੀ ਦੇ ਉੱਤੇ ਚੱਲੇ ਹੋਏ ਨੇ ਕਿ ਜੋ ਅਸੀਂ ਫਰਮਾਨ ਕਰਤਾ, ਸਾਡੇ ਵਾਸਤੇ ਕਾਨੂੰਨ ਜਿਹੜੇ ਨੇ, ਸਾਡੇ ਵਾਸਤੇ ਸੰਵਿਧਾਨ ਵੀ ਇੱਕ ਸਾਈਡ ਤੇ ਆ, ਕਾਨੂੰਨ ਵੀ ਅਸੀਂ ਚੇਂਜ ਕਰਨੇ ਆ, ਸਾਰਾ ਕੁਝ ਬਦਲਦੇ ਤੁਰੇ ਜਾ ਰਹੇ ਨੇ। ਤਾਂ ਅੱਜ ਤੁਸੀਂ ਕੀ ਸਮਝਦੇ ਹੋ ਕਿ ਲੋਕ, ਕਿਉਂਕਿ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਹੋ, ਰੋਜ਼ ਲੋਕਾਂ ਨੂੰ, ਹਜ਼ਾਰਾਂ ਲੋਕਾਂ ਨੂੰ ਮਿਲਦੇ ਹੋ, ਜਾਂਦੇ ਹੋ, ਤੁਸੀਂ ਲੋਕਾਂ ਨੂੰ ਮੋਟੀਵੇਟ ਵੀ ਕਰਦੇ ਹੋ, ਕਿ ਅੱਜ ਦੀ ਡੇਟ ਦੇ ਵਿੱਚ ਲੋਕ ਜਿਹੜੇ ਨੇ ਇਸ ਚੀਜ਼ ਨੂੰ ਸਮਝਣ ਲੱਗ ਪਏ ਨੇ ਕਿ ਜਾਂ ਹੱਲੇ ਵੀ ਸਾਨੂੰ ਇਹਨਾਂ ਲੋਕਾਂ ਨੂੰ ਸਮਝਾਉਣ ਦੀ ਜਿਹੜੀ ਜ਼ਰੂਰਤ ਆ ਉਹ ਪਏਗੀ? ਕਿਉਂਕਿ ਬਾਹਰੋਂ ਮੈਂ ਨਾਲ ਹੀ ਇੱਕ ਗੱਲ ਜੋੜਦੇ ਹਾਂ ਕਿ ਨੈਸ਼ਨਲ ਲੈਵਲ ਦੇ ਉੱਤੇ ਤਾਂ ਮੀਡੀਆ ਜਿਹੜਾ ਹੈ ਉਹ ਇੰਡੀਆ ਦਾ ਬਿਲਕੁਲ ਕੋਈ ਚੀਜ਼ ਕਵਰ ਨਹੀਂ ਕਰ ਰਿਹਾ। ਬਾਹਰੋਂ ਜਦ ਅਸੀਂ ਕਰਦੇ ਹਾਂ ਇਹ ਚੀਜ਼ਾਂ ਕਰ ਰਹੇ ਹੁੰਦੇ ਆ ਤਾਂ ਸਾਡੇ ਉੱਤੇ ਇਸ ਚੀਜ਼ ਦਾ ਇਲਜ਼ਾਮ ਲਗਾਇਆ ਜਾਂਦਾ ਕਿ ਦੇਖੋ ਇਹ ਜਿਹੜੇ ਬਾਹਰ ਦੇ ਤੁਹਾਨੂੰ ਚੈਨਲ ਨੇ, ਬਾਹਰ ਦਾ ਮੀਡੀਆ ਜਾਂ ਇਹ ਲੋਕ ਨੇ, ਇਹ ਤੁਹਾਨੂੰ ਗੁੰਮਰਾਹ ਕਰਦੇ ਨੇ। ਤੇ ਮੇਰਾ ਨਾਲ ਦੀ ਨਾਲ ਇਸ ਉਹਨਾਂ ਲੋਕਾਂ ਨੂੰ ਜਵਾਬ ਹੁੰਦਾ ਕਿ ਜਿਹੜੇ 72 ਸਾਲ ਤੋਂ ਤੁਹਾਨੂੰ ਗੁੰਮਰਾਹ ਕਰਦੇ ਨੇ, ਤੁਸੀਂ ਉਹਨਾਂ ਦਾ ਕੀ ਕਰਦੇ ਹੋ? ਕੀ ਸੋਚਦੇ ਹੋ ਕਿ ਹੱਲੇ ਵੀ ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਪੈਂਦੀ ਆ ਕਿ ਜਾਂ ਹੁਣ ਲੋਕ ਉਹ ਸਮਝ ਚੁੱਕੇ ਨੇ? ਜੀ ਬਿਲਕੁਲ ਠੀਕ ਤੁਹਾਡੀ ਗੱਲ। ਜਿਹੜਾ ਪਹਿਲਾਂ ਮੈਂ ਤੁਹਾਡੇ ਦੂਸਰੇ ਸਵਾਲ ਦਾ ਜਵਾਬ ਦੇ ਦਿੰਦਾ ਕਿ ਮੀਡੀਆ ਜਿਹੜਾ ਤੁਹਾਡੇ ਤੇ ਵਾਕਈ ਇਲਜ਼ਾਮ ਤਰਾਸ਼ੀ ਹੁੰਦੀ ਹੈ ਕਿ ਉਹ ਲੋਕ ਉੱਥੋਂ ਬਹਿ ਕੇ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕਰਦੇ ਆ, ਚੀਜ਼ਾਂ ਨੂੰ ਮਿਸਲੀਡ ਕਰਦੇ ਆ, ਮਿਸਲੀਡਿੰਗ ਡਾਟਾ ਸੁੱਟਦੇ ਆ ਜਾਂ ਪ੍ਰੋਵੋਕਿੰਗ ਚੀਜ਼ਾਂ ਕਰਦੇ ਆ। ਬਟ ਐਕਚੁਅਲ ਦੇ ਵਿੱਚ ਜਿਹੜਾ ਨੈਸ਼ਨਲ ਮੀਡੀਆ ਉਹ ਤਾਂ ਬੁਰੀ ਤਰ੍ਹਾਂ ਨਾਲ ਮਤਲਬ ਸਨਬ ਕੀਤਾ ਹੋਇਆ, ਜਾਂ ਕਹਿ ਲਓ ਕਿ ਉਹ ਇਹਨਾਂ ਦਾ ਹੱਥ ਚੋਕਾ ਬਣ ਗਿਆ ਜੀ। ਔਰ ਜਿਹੜਾ ਸਟੇਟ ਲੈਵਲ ਤੇ ਹੈਗਾ ਉਹ ਵੀ ਉਹ ਕਿਤੇ ਨਾ ਕਿਤੇ, ਕਿਉਂਕਿ ਇੱਥੇ ਤਾਂ ਸਾਰੇ ਚੈਨਲ ਜਿਹੜੇ ਹੈਗੇ ਉਹ ਪੋਲੀਟੀਕਲ ਬੈਕਅਪ ਵਾਲੇ ਨੇ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਕੌਮਰਾਂ ਦਾ ਮਿੱਟੀ ਝਾੜਨ ਦਾ ਕੰਮ ਕਰਦੇ ਰਹਿੰਦੇ ਆ ਜੀ। ਔਰ ਜਿਹੜੀ ਦੂਜੀ ਗੱਲ ਸਮਝਾਉਣ ਵਾਲੀ ਤੁਸੀਂ ਗੱਲ ਕੀਤੀ, ਇਸ ਦੇਖੋ ਜਦੋਂ ਵੀ ਨਵੀਂ ਲੀਡਰਸ਼ਿਪ ਆਉਂਦੀ ਹੈ ਨਾ ਜਾਂ ਕੋਈ ਨਵਾਂ ਕੋਰਸ ਆਫ ਥਾਟ ਸਾਹਮਣੇ ਆਉਂਦਾ, ਹਮੇਸ਼ਾ ਮੂਵਮੈਂਟਸ ਤੋਂ, ਸਟਰਗਲ ਚੋਂ, ਐਜੀਟੇਸ਼ਨਾਂ ਦੇ ਵਿੱਚੋਂ ਹੀ, ਰੋਸ ਮੁਜ਼ਾਹਰਿਆਂ ਦੇ ਸਾਹਮਣੇ ਆਉਂਦਾ। ਕਿਉਂਕਿ ਇੱਕ ਮੈਂ ਸਮਝਦਾ ਮੌਕਾ ਹੁੰਦਾ ਕਿ ਤੁਸੀਂ ਕਿਹੜਾ ਬੰਦਾ ਕਿਹੜੇ ਮੁਹਾਜ਼ ਤੇ ਲੜ ਸਕਦਾ ਜੀ। ਉਹ ਇੱਕ ਲੀਡਰਸ਼ਿਪ, ਨਵੇਂ ਬੱਚੇ ਮੁੰਡੇ ਜਿਹੜੇ ਹੈਗੇ ਆ ਉਹ ਨਵੀਆਂ ਲੜਕੀਆਂ ਬਹੁਤ ਮਤਲਬ ਖੁੱਲ ਕੇ ਸਾਹਮਣੇ ਆ ਰਹੇ ਵੀ ਹਾਂ ਪੰਜਾਬ ਦੇ ਜਿਹੜੇ ਬੱਚੇ ਉਹ ਇਕੱਲੇ ਸਿੰਗਰਾਂ ਦੇ ਗਾਣਿਆਂ ਤੇ ਨੱਚਣ ਜੋਗੇ ਜਾਂ ਨਸ਼ਈ ਨਹੀਂ ਹੈਗੇ, ਉਹਨਾਂ ਦੇ ਵਿੱਚ ਅੱਜ ਵੀ ਉਹਨਾਂ ਦੀਆਂ ਰਗਾਂ ਦੇ ਵਿੱਚ ਉਹ ਜਿਹੜਾ ਵਿਰਾਸਤੀ ਖੂਨ ਆ ਉਹ ਦੌੜਦਾ ਆ, ਉਹ ਮੁਬਾਲਾ ਵੀ ਖਾਂਦਾ ਆ ਜੀ। ਔਰ ਦੂਜੀ ਗੱਲ ਜਿਹੜੀ ਸਮਝਾਉਣ ਵਾਲੀ ਕਿ ਉਹ ਲੋਕਾਂ ਨੂੰ ਹੁਣ ਅੱਜ ਦੀ ਗੱਲ ਕਰੀਏ, ਅੱਜ 28 ਤਰੀਕ ਹੈ, ਸ਼ਹੀਦਾਂ ਜੋਤੀ ਭਗਤ ਸਿੰਘ ਦਾ ਜਨਮ ਦਿਨ ਵੀ ਹੈ ਜੀ। ਬਿਲਕੁਲ ਅੱਜ ਦੀ ਡੇਟ ਨਾਲ ਦੇ ਹਰ ਘਰ ਦੇ ਵਿੱਚ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗ ਚੁੱਕਿਆ ਵੀ ਇਹ ਕੰਮ ਬੜਾ ਖਤਰਨਾਕ ਹੈ ਜੀ। ਉਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਚਾਹੇ ਨਹੀਂ ਪਤਾ ਇਹਦੇ ਨਾਲ ਕੀ ਹੋਣਾ, ਕਿਵੇਂ ਮੰਡੀ ਟੁੱਟਣੀ ਆ, ਕਿਵੇਂ ਕੰਟਰੈਕਟ ਫਾਰਮਿੰਗ ਹੋਣੀ ਆ, ਕਿਵੇਂ ਸਾਡੇ ਖੇਤਾਂ ਤੇ ਕਬਜ਼ਾ ਹੋਣਾ, ਜਾਂ ਕਿਵੇਂ ਚੀਜ਼ਾਂ ਦੇ, ਦਾਲਾਂ ਦੇ, ਸਬਜ਼ੀਆਂ ਦੇ ਰੇਟ ਵਧਣੇ ਆ। ਪਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਸਿਸਟਮ ਜਿਹੜਾ ਲਿਆਂਦਾ ਗਿਆ ਨਾ ਇਹ ਇੰਨਾ ਜ਼ਿਆਦਾ ਖਤਰਨਾਕ ਆ ਵੀ ਇਹਨੇ ਸਾਰੇ ਲੋਕਾਂ ਨੂੰ ਸੱਟ ਮਾਰਨੀ ਜੀ। ਤੇ ਜਦੋਂ ਆਪਾਂ ਦੀ ਜਿਗਿਆਸਾ ਹੁੰਦੀ ਹੈ ਫਿਰ ਆਪਾਂ ਆਟੋਮੈਟਿਕਲੀ ਉਹਦੇ ਬਾਰੇ ਪੜ੍ਹਦੇ ਆ, ਸੁਣਦੇ ਆ, ਭੋਗਦੇ ਆ। ਤੇ ਕੱਲ ਦਾ ਜਿਹੜਾ ਪਰਸੋਂ ਦਾ ਬੰਦ ਸੀਗਾ 25 ਤਰੀਕ ਦਾ, ਸਾਰਾ ਪੰਜਾਬ ਦੇ ਕੋਲ ਜਿਹੜੀਆਂ ਰਿਪੋਰਟਸ ਆਈਆਂ ਕਿ ਪਿਛਲੇ 40 ਸਾਲ ਦੇ ਵਿੱਚ ਇਹ ਜਿਹੜਾ ਸਭ ਤੋਂ ਵੱਡਾ ਘਟ ਸੀ ਜੀ। ਬਿਲਕੁਲ। ਔਰ ਵੈਸੇ ਪਤਾ ਲੱਗਿਆ ਪਹਿਲਾਂ ਨਹੀਂ ਤੇ ਹਮੇਸ਼ਾ ਕਹਿ ਕੇ ਜਿਵੇਂ ਆਪਾਂ ਕਹਿੰਦੇ ਇੱਕ ਗਿਰ ਜਾਣਾ ਪੈਂਦਾ ਲੋਕਾਂ ਨੂੰ, ਚੱਲ ਯਾਰ ਮੈਂ ਕਿਸੇ ਦੀ ਮਿਹਨਤ ਕਰਕੇ, ਕਿਸੇ ਨੂੰ ਮੋਟੀਵੇਟ ਕਰਕੇ, ਕਿਸੇ ਨੂੰ ਗੁਲਾਜ ਦੇ ਕੇ। ਔਰ ਆਪ ਪਹਾੜੇ ਲੋਕ ਆਏ ਆ, ਹਰ ਬੰਦੇ ਨੂੰ 5 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਕੇਂਦਰ ਗਵਰਨਮੈਂਟ ਕੋਈ ਲੈ ਕੇ ਆਈ ਹੈ ਨਾ ਸਾਡੀ ਮੌਤ ਦਾ ਸਮਾਨ, ਇਹ ਬਹੁਤ ਖਤਰਨਾਕ ਆ। ਅਸੀਂ ਚਲੋ ਮੈਨੂੰ ਮੌਕਾ ਮਿਲਿਆ ਰੋਜ਼ 5-4 ਪਿੰਡਾਂ 'ਚ ਵੀ ਜਾਂਦੇ ਆ ਔਰ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਸਾਰਾ ਉਹ ਧਰਨੇ ਤੇ ਬਿਤਾਈਦਾ ਤੇ ਲੋਕਾਂ ਨੂੰ ਜਾਗਰੂਕ ਕਰਦੇ ਆ। ਔਰ ਐ ਹੁੰਦਾ ਵੀ ਇੱਕ ਪਿੰਡ 'ਚ 2
ਬੰਦੇ ਦੀ ਗੱਲ ਸਮਝ ਜਾਣ ਤਾਂ ਹੌਲੀ ਹੌਲੀ 2-3 ਬੰਦਿਆਂ ਨੂੰ ਸਮਝਾਉਣ ਜੋਗੇ ਹੋ ਜਾਂਦੇ ਆ ਜੀ। ਹੌਲੀ ਹੌਲੀ ਮੂਵਮੈਂਟ ਤੇ ਹੁਣ ਉਸ ਪੁਆਇੰਟ ਤੇ ਗੱਲ ਆ ਗਈ ਕਿ ਲੋਕ ਜਾਗਰੂਕ ਹੋ ਰਹੇ ਆ, ਪਰ ਲੋਕ ਜਾਗਰੂਕ ਹੋਣ ਦੇ ਨਾਲ ਐਮਪਾਵਰ ਵੀ ਫੀਲ ਕਰਦੇ ਆ ਜਦੋਂ ਦੇਖਦੇ ਆ ਨਾ ਵੀ ਯਾਰ ਰੇਲਵੇ ਟਰੈਕ ਤੇ 2000 ਬੰਦਾ ਬੈਠਾ ਜੀ, ਨਾ ਉਹ ਪੁਲਿਸ ਦੀ ਪਰਵਾਹ ਨਾ ਸਰਕਾਰ ਦੀ ਪਰਵਾਹ ਕਰ ਰਿਹਾ, ਉਹਨੂੰ ਲੱਗਦਾ ਵੀ ਨਹੀਂ ਇਹ ਇਕੱਲੇ ਆਪਦੀ ਖਾਤਰ ਵੀ ਲੜ ਰਹੇ, ਸਾਡੀ ਖਾਤਰ ਵੀ ਲੜ ਰਹੇ ਜੀ। ਇਹਦਾ ਇੱਕ ਪੋਜ਼ਿਟਿਵ ਇੰਪੈਕਟ ਹੁੰਦਾ, ਲੋਕ ਜਥੇਬੰਦ ਹੋ ਰਹੇ ਆ, ਲੋਕ ਅਵੇਅਰ ਤੇ ਜਾਗਰੂਕ ਹੋ ਰਹੇ ਜੀ। ਬਿਲਕੁਲ ਸਰਦਾਰ ਮਨਜਿੰਦਰ ਸਿੰਘ ਜੀ, ਚਲੋ ਆਪਾਂ ਮੈਨੂੰ ਲੱਗਦਾ ਕਿ ਹਰ ਪਹਿਲੂ ਦੇ ਉੱਤੇ ਆਪਾਂ ਨਜ਼ਰ ਜਿਹੜੀ ਹੈ ਉਹ ਮਾਰਨ ਦੀ ਕੋਸ਼ਿਸ਼ ਕੀਤੀ ਆ। ਮੈਨੂੰ ਲੱਗਦਾ ਕਿ ਦਰਸ਼ਕ ਜਿਹੜੇ ਨੇ ਸਾਡੇ, ਜਿਹੜੇ ਸਰੋਤੇ ਇਸ ਟਾਈਮ ਦੇ ਉੱਤੇ ਸਾਨੂੰ ਕੁਝ ਸੁਣ ਰਹੇ ਨੇ ਜਾਂ ਸਾਨੂੰ ਵੇਖ ਰਹੇ ਹੈਗੇ ਨੇ, ਉਹ ਇਸ ਗੱਲ ਨੂੰ ਪੂਰੀ ਨੂੰ ਸਮਝ ਵੀ ਗਏ ਹੋਣਗੇ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਇਹ ਮੁੱਦਾ ਜਿਹੜਾ ਹੈ ਉਹ ਚੱਲਿਆ ਆ ਰਿਹਾ ਹੈਗਾ। ਇਹ ਸਾਡੇ ਇਸ ਟਾਈਮ ਦੇ ਉੱਤੇ ਜਿਹੜੀ ਆਪਾਂ ਕਹਿ ਦਈਏ ਕਿ ਸਾਡੀ ਹੋਂਦ ਦੀ ਲੜਾਈ ਆ। ਅਗਰ ਹੁਣ ਅਸੀਂ ਨਾ ਜਾਗੇ ਤੇ ਮੈਨੂੰ ਲੱਗਦਾ ਕਿ ਫੇਰ ਸਾਡੇ ਵਾਸਤੇ ਬਹੁਤ ਔਖਾ ਹੋਏਗਾ, ਕਿਉਂਕਿ ਡੂੰਘੀ ਖੱਡ ਵਿੱਚ ਡਿੱਗਿਆ ਨਿਕਲਣਾ ਬਹੁਤ ਜਿਹੜਾ ਹੈ ਉਹ ਔਖਾ ਹੋਏਗਾ। ਹੁਣ ਮੈਂ ਤੁਹਾਡੇ ਕੋਲ ਅਖੀਰ ਦੇ ਵਿੱਚ ਜਿਹੜਾ ਹੈ ਅੱਜ ਦੀ ਜਿਹੜੀ ਆਪਾਂ ਜੋ ਵੀ ਗੱਲਬਾਤ ਕੀਤੀ ਆ, ਮੈਂ ਇਹਦੇ ਵਿੱਚ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਤੱਕ ਇਹ ਆਰਡੀਨੈਂਸ ਸੀ, ਫਿਰ ਹੁਣ ਉਹ ਐਕਟ ਬਣ ਗਿਆ ਜਦੋਂ ਰਾਸ਼ਟਰਪਤੀ ਨੇ ਸਾਈਨ ਕਰ ਦਿੱਤੇ, ਜਿੱਦਾਂ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਗੱਲਬਾਤ ਦੇ ਦੌਰਾਨ ਆਪਾਂ ਗੱਲਬਾਤ ਕੀਤੀ ਸੀ। ਹੁਣ ਸਭ ਕੁਝ ਹੋ ਚੁੱਕਿਆ। ਹੁਣ ਕੀ ਆਉਣ ਵਾਲੇ ਤੁਹਾਡੀ ਕੋਈ ਵਿਉਂਤਬੰਦੀ ਕਿੱਦਾਂ ਦੇਖਦੇ ਹੋ ਤੁਸੀਂ ਕਿ ਹੁਣ ਸਾਨੂੰ ਕਿਸ ਤਰ੍ਹਾਂ ਦੇ ਨਾਲ ਚੱਲਣਾ ਪਏਗਾ, ਕੀ ਕਰਨਾ ਚਾਹੀਦਾ, ਕੀ ਅਸੀਂ ਇਸ ਟਾਈਮ ਦੇ ਉੱਤੇ ਕਰ ਰਹੇ ਹੈਗੇ ਆ, ਤੇ ਅੱਗੇ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੀਜਰ ਹੈਗਾ ਸਾਨੂੰ ਅਡਾਪਟ ਜਿਹੜਾ ਹੈ ਉਹ ਕਰਨਾ ਪਏਗਾ, ਜਾਂ ਮੀਡੀਆ ਦੇ ਤੌਰ ਦੇ ਉੱਤੇ ਜਿਹੜਾ ਬਾਹਰ ਬੈਠਾ ਮੀਡੀਆ ਜਾਂ ਆਮ ਜਿਹੜੀ ਪਬਲਿਕ ਹੈਗੀ ਆ ਜਾਂ ਆਮ ਲੋਕ ਨੇ ਜਿਹੜੇ ਕੋਈ ਸੋਸ਼ਲ ਮੀਡੀਆ ਤੇ ਬੈਠੇ ਨੇ ਜੋ ਆਪਾਂ ਕਹਿ ਸਕਦੇ ਹਾਂ ਐਕਟਿਵ ਨੇ, ਤੁਹਾਨੂੰ ਇਹ ਕੀ ਲੱਗਦਾ ਹੈਗਾ ਕਿ ਤੁਸੀਂ ਉੱਥੇ ਕਿਸ ਤਰ੍ਹਾਂ ਨਾਲ ਸੋਚ ਰਹੇ ਹੋ? ਕੀ ਤੁਹਾਡੀ ਗੱਲਬਾਤ ਪਿਛਲੇ ਕੁਝ ਘੰਟਿਆਂ ਦੌਰਾਨ ਹੋਈ? ਜੀ ਇਹਦੇ ਚ ਇਹ ਹੈ ਜੀ, ਇੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਵਾਕਈ ਇਹ ਸਾਡੀ ਮੁੱਦੀ ਲੜਾਈ ਹੈ, ਹਰ ਬੰਦੇ ਨੂੰ ਸਮਝਣਾ ਚਾਹੀਦਾ, ਔਰ ਪੰਜਾਬ ਦਾ ਕਾਫੀ ਆਵਾਮ ਜਿਹੜਾ ਇਸ ਗੱਲ ਨੂੰ ਸਮਝ ਚੁੱਕਿਆ ਜੀ। ਇਹ ਚੁੱਲ੍ਹੇ ਦੀ ਲੜਾਈ ਔਰ ਹੋਂਦ ਦੀ ਲੜਾਈ ਹੈ ਕਿ ਕਿਉਂਕਿ ਜੇ ਪਾਰਟਿਕੂਲਰਲੀ ਇਕੱਲੇ ਕਿਸਾਨ ਨੂੰ ਲੈ ਲਈਏ ਤਾਂ ਜੱਟ ਸ਼ਬਦ ਜਿਹੜਾ ਕਹਿੰਦੇ ਨਾ, ਜੱਟ ਜ਼ਮੀਨ ਦੇ ਨਾਲ ਹੀ ਹੁੰਦਾ ਜੀ। ਬਿਲਕੁਲ। ਕਿਸਾਨ ਜੇ ਤੁਸੀਂ ਇੱਥੇ ਬੈਠੇ ਹੋ ਜਾਂ ਮੈਂ ਵਕਾਲਤ ਕਰਦਾ ਜਾਂ ਹੋਰ ਕੋਈ ਸਾਡੇ ਕੋਈ ਭਰਾ ਡਾਕਟਰਸ ਨੇ, ਆਫੀਸਰ ਨੇ, ਪਰ ਖੇਤ ਨਾਲ ਜੁੜੇ ਹੋਏ ਆ ਜੀ। ਸੋ ਇਟਸ ਅ ਮੈਟਰ ਆਫ ਤਸਵੀਰੀ ਗੱਲ। ਦੂਜੀ ਗੱਲ ਜਿਹੜੀ ਤੁਸੀਂ ਕਿ ਵਾਕਈ ਹੈ ਐਸੀ ਡੂੰਘੀ ਖਾਡਾ ਜਿੱਥੋਂ ਨਿਕਲਣਾ ਅਸੰਭਵ ਹੀ ਆ, ਮਤਲਬ ਮੁਸ਼ਕਲ ਨਹੀਂ, ਨਾਮੁਮਕਿਨ ਵਾਲਾ ਕੰਮ ਹੋ ਜਾਣਾ ਜੀ, ਕਿਉਂਕਿ ਉਹ ਜਿਹੜੀ ਸਾਡਾ ਝਗੜਾ ਹੋਣਾ ਉਹ ਇੰਨੇ ਜ਼ਿਆਦਾ ਸਟਰੋਂਗ ਨੇ ਲੀਗਲੀ, ਟੈਕਨੀਕਲੀ, ਫਾਈਨੈਂਸ਼ੀਅਲੀ, ਔਰ ਸਰਕਾਰਾਂ ਨਾਲ ਉਹਨਾਂ ਦੀ ਪਿੱਠ ਤੇ ਜੀ। ਹੁਣੇ ਜਿਵੇਂ ਕਹਿੰਦੇ ਵੀ ਨਿਪਦਾਈ ਬਲੇ ਦਾ ਵੱਢ, ਹੁਣੇ ਅਗਰ ਅਸੀਂ ਉਹਨੂੰ ਨੱਪ ਲਿਆ ਤੇ ਬਚ ਜਾਗੇ, ਨਹੀਂ ਤੇ ਖਤਰਨਾਕ ਆ ਜੀ। ਦੂਜੀ ਗੱਲ ਇਹ ਹੁਣ ਹੋ ਕੀ ਸਕਦਾ ਹੈ ਨਾ, ਇੱਕ ਤਾਂ ਇਹ ਕਿ ਲੀਗਲ ਐਵੀਨਿਊ ਜਿਹੜਾ ਲੀਗਲ ਇਹਦਾ ਰਸਤਾ ਉਹ ਇਹ ਆ ਕਿ ਇਹ ਗੈਰ ਸੰਵਿਧਾਨਿਕ ਅਨਕਨਸਟੀਟਿਊਸ਼ਨਲ ਐਕਟਸ ਹੈਗੇ। ਪ੍ਰਾਈਮ ਆਫ ਬੇਸਿਕਲੀ ਇੱਕ ਤਾਂ ਇਹ ਆਰਡੀਨੈਂਸ ਜਦੋਂ ਲਿਆਂਦਾ ਜਾਂਦਾ ਤਾਂ ਉਹ ਬਿਲਕੁਲ ਐਮਰਜੈਂਸੀ ਸਥਿਤੀ ਚ ਲਿਆਂਦਾ ਜਾਂਦਾ ਕਿ ਹਾਂ ਜਿਵੇਂ ਹੁਣ ਕੋਵਿਡ ਸੀਗਾ ਤਾਂ ਹੈਲਥ ਸੈਕਟਰ ਨਾਲ ਰਿਲੇਟਡ ਆਰਡੀਨੈਂਸ ਲਿਆਂਦੇ ਜਾਂਦੇ ਤਾਂ ਉਹ ਸਮਝ ਜਾ ਸਕਦੇ ਸੀ ਜਾਂ ਕਾਬਲੇ ਤਰੀਫ ਸੀ ਜੀ। ਐਗਰੀਕਲਚਰ ਸੈਕਟਰ ਤੇ ਨਾਮ ਨਾਲ ਬੜੇ ਸਮੂਥਲੀ ਚੱਲ ਰਿਹਾ ਸੀਗਾ। ਸੁਪਰੀਮ ਕੋਰਟ ਇੱਕ ਤਾਂ ਉੱਥੇ ਗਲਤ ਹੈਗਾ ਜੀ। ਦੂਸਰਾ ਜਿਹੜੀ ਕੰਟਰੈਕਟ ਮੈਂ ਤੁਹਾਨੂੰ ਦੱਸੀ ਹੈ ਕਿ ਕੰਟਰੈਕਟ ਹੁੰਦਾ ਹੈ ਇਨਫੋਰਸੀਬਲ ਬਾਈ ਲਾਅ ਆ ਜੀ। ਇਹਦੇ ਚ ਸਾਨੂੰ ਉਹਨਾਂ ਨੇ ਕਿਹਾ ਉਹਦਾ ਸਹਾਰਾ ਨਹੀਂ ਲੈ ਸਕਦੇ ਜੀ, ਇਹ ਇਲੀਗਲ ਕਲੌਜ਼ ਹੈ ਜੀ। ਔਰ ਇਸਦਾ ਜਿਹੜਾ ਹੈਗਾ ਕਿ ਟੋਟਲੀ ਇਨਵਿਕੁਅਸ ਹੈ, ਇਹਦੇ ਚ ਕੋਈ ਵੀ ਗੱਲ ਨਹੀਂ ਹੈਗੀ, ਕਲੈਰਿਟੀ ਨਹੀਂ ਹੈ ਜੀ। ਸੁਪਰੀਮ ਕੋਰਟ ਚ ਜਥੇ ਜਾਂ ਕੁਝ ਸਿਆਸੀ ਧਿਰਾਂ ਚੈਲੰਜ ਕਰਨ ਜਾ ਰਹੀਆਂ ਜੀ, ਤਾਂ ਇਹ ਹੈ ਜੀ। ਜਾਂ ਦਿੱਲੀ ਦੇ ਨਾਲ ਜਿਹੜੀ ਲੋਕ ਰੇਲਵੇ ਟਰੈਕ ਤੇ ਬੈਠੇ ਆ, 24 ਤਰੀਕ ਤੋਂ ਜਿਹੜੀ ਪੰਜਾਬ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹਨਾਂ ਨੇ ਰੇਲਵੇ ਟਰੈਕ ਜਾਮ ਕੀਤੇ ਹੋਏ ਜੀ। ਪਰ 1 ਤਰੀਕ ਤੋਂ ਬਾਅਦ 31 ਜਥੇਬੰਦੀਆਂ ਨੇ ਪੰਜਾਬ ਦੀਆਂ, ਉਹਨਾਂ ਨੇ ਅਣਮਿੱਥੇ ਸਮੇਂ ਲਈ ਰੇਲਵੇ ਟਰੈਕ ਤੇ ਬੈਠ ਜਾਣਾ ਜੀ। ਉਸ ਦਰਮਿਆਨ ਬਾਕੀ ਕਿਸਾਨ ਨੇ ਆਪਦਾ ਝੋਨਾ ਵੱਢ ਲੈਣਗੇ, ਕਣਕ ਬੀਜ ਲੈਣਗੇ। ਜੇ ਤਾਂ ਸਰਕਾਰ ਕਿਸੇ ਗੱਲ ਤੇ ਆਊਗੀ ਤਾਂ ਠੀਕ ਹੈ, ਨਹੀਂ ਤੇ 10-15 ਦਿਨਾਂ ਬਾਅਦ ਫਿਰ ਲੋਕ ਦਿੱਲੀ ਵੱਲ ਨੂੰ ਵੀ ਕੂਚ ਕਰਨਗੇ। ਔਰ ਕਿਉਂਕਿ ਲੋਕਾਂ ਨੂੰ, ਜਥੇਬੰਦੀਆਂ ਨੂੰ, ਕਿਸਾਨ ਆਗੂਆਂ ਨੂੰ ਸਮਝ ਆ ਗਿਆ ਕਿ ਅਗਰ ਇਹਨਾਂ ਨੂੰ ਅਸੀਂ ਇੱਥੇ ਇਸੇ ਮੁਹਾਜ਼ ਦੇ ਉੱਪਰ ਨਾ ਰੋਕਿਆ ਤਾਂ ਫਿਰ ਸਾਡੇ ਖੇਤ ਜਿਹੜੇ ਸਾਡੇ ਹੱਥੋਂ ਗਏ ਸਮਝੋ। ਐਸੈਂਸ਼ੀਅਲ ਕਮੋਡਿਟੀਜ਼ ਦੇ ਹਿਸਾਬ ਨਾਲ ਜਿਹੜੀ ਤਰਮੀਮ ਕੀਤੀ ਹੈ, ਸੋਧ ਕੀਤੀ ਹੈ, ਅਮੈਂਡਮੈਂਟ ਕੀਤੀ ਹੈ, ਉਹਦੇ ਨਾਲ ਚੀਜ਼ਾਂ ਦੇ ਰੇਟ ਵੀ, ਜਿਹਦੀ ਰਸੋਈ ਦਾ ਖਰਚਾ 5000 ਆ 10000 ਹੋ ਜੂਗਾ, 10 ਵਾਲੇ ਦਾ 20000 ਹੋ ਜੂਗਾ, ਤੇ ਤੁਹਾਡੀ ਆਰਥਿਕਤਾ ਵੀ ਡਗਮਗਾ ਜਾਣੀ ਹੈ। ਔਰ ਤੁਹਾਡੇ ਕੋਲ ਇੱਕੋ ਕਿੱਤਾ ਬਚਣਾ ਲੇਬਰ ਜੀ। ਇਹਨਾਂ ਦੇ ਫਾਰਮਾਂ ਦੇ ਵਿੱਚ ਅਸੀਂ ਦਿਹਾੜੀ ਦਾ ਪਾਵਾਂਗੇ ਜੀ ਜੀ। ਲੋਕ ਬੜੇ ਜਥੇਬੰਦ ਕਰਦੇ।
ਜੀ ਸੋ ਬਹੁਤ ਵਧੀਆ ਗੱਲ ਆ ਕਿ ਲੋਕਾਂ ਨੂੰ ਇਹ ਗੱਲ ਤੇ ਕਮ ਸੇ ਕਮ ਸਮਝ ਆ ਰਹੀ ਆ ਹੈ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਸੰਘਰਸ਼ ਨੂੰ ਹੋਰ ਯਾਨੀ ਕਿ ਤਿੱਖਾ ਕਿਉਂਕਿ ਇਹ ਲੜਾਈ ਆ ਬਹੁਤ ਵੱਡੀ ਲੜਾਈ ਆ ਜਿੱਦਾਂ ਤੁਸੀਂ ਵੀ ਕਿਹਾ ਕਿ ਕਾਰਪੋਰੇਟ ਸੈਕਟਰ ਦੇ ਨਾਲ ਲੜਨਾ ਜਿਹੜਾ ਹੈ ਉਹ ਕੋਈ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਉਹ ਸਭ ਤੋਂ ਵੱਡੀ ਗੱਲ ਕਿ ਉਹ ਫਾਈਨੈਂਸ਼ਲੀ ਬਹੁਤ ਜ਼ਿਆਦਾ ਸਟਰੋਂਗ ਨੇ ਦੂਸਰੀ ਸਭ ਤੋਂ ਵੱਡੀ ਜਿਹੜੀ ਪਾਵਰ ਆ ਕਿ ਗੌਰਮੈਂਟ ਦੀ ਪਿੱਠ ਉਹਨਾਂ ਦੇ ਉੱਤੇ ਬਿਲਕੁਲ ਉਹ ਪਿੱਠ ਥਾਪੜਦੇ ਨੇ ਹੈ ਹੀ ਇਹ ਉਹਨਾਂ ਦੇ ਹੀ ਘਰਾਣੇ ਨੇ ਉਹਨਾਂ ਚੋਂ ਹੀ ਨਿਕਲੇ ਹੋਏ ਨੇ ਉਹ ਹੀ ਸਾਰੀ ਸਰਕਾਰ ਜਿਹੜੀ ਆ ਉਹ ਚਲਾ ਰਹੇ ਹੈਗੇ ਨੇ ਸੋ ਦੇਸ਼ ਕਿੱਧਰ ਨੂੰ ਜਾਏਗਾ ਇਹ ਆਪਾਂ ਅੱਜ ਇੱਕ ਪਿਕਚਰ ਜਿਹੜੀ ਹੈ ਉਹ ਆਪਾਂ ਬਣਾ ਸਕਦੇ ਹਾਂ ਇੱਕ ਦੇਖ ਸਕਦੇ ਹਾਂ ਕਿ ਕਿੱਧਰ ਨੂੰ ਜਿਹੜਾ ਹੈ ਦੇਸ਼ ਨੂੰ ਧੱਕਿਆ ਜਾ ਰਿਹਾ ਹੈਗਾ ਕਿੱਧਰ ਨੂੰ ਜਿਹੜਾ ਹੈ ਸਾਨੂੰ ਤੋੜ ਦਿੱਤਾ ਗਿਆ ਸੋ ਇਹ ਜਿਹੜੇ ਸਾਰਾ ਕੁਝ ਵਰਤਾਰੇ ਵਾਪਰ ਰਹੇ ਨੇ ਅੱਜ ਇਸ ਨੂੰ ਠੱਲ ਪਾਉਣ ਵਾਸਤੇ ਇੱਕੋ ਇੱਕ ਸਾਡੇ ਕੋਲ ਰਸਤਾ ਬਚਦਾ ਹੈਗਾ ਕਿ ਸੰਘਰਸ਼ ਜਿਹੜਾ ਹੈਗਾ ਉਹ ਇੰਨੇ ਕੁ ਹਾਈ ਲੈਵਲ ਦੇ ਉੱਤੇ ਔਰ ਇੰਨਾ ਕੁ ਤੇਜ਼ ਹੋਵੇ ਔਰ ਇੰਨਾ ਕੁ ਸਟਰੋਂਗ ਹੋਵੇ ਕਿ ਜੇ ਅੱਜ ਇਹਨਾਂ ਦਾ ਮੂੰਹ ਮੁੜ ਗਿਆ ਤਾਂ ਫਿਰ ਤਾਂ ਸਾਰਾ ਕੁਝ ਲੱਗਦਾ ਕਿ ਠੀਕ ਹੋ ਜਾਏਗਾ ਜੇ ਅਗਰ ਨਾ ਮੁੜਿਆ ਤਾਂ ਮੈਂ ਕਿਸੇ ਵਿਦਵਾਨ ਦੇ ਲਫ਼ਜ਼ ਇਹ ਮੈਂ ਤੁਹਾਡੇ ਨਾਲ ਦਰਸ਼ਕੋ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਪਸ਼ਟ ਕੱਲ੍ਹ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਜੇ ਇਹ ਮੁੜ ਗਿਆ ਸਾਰਾ ਕੁਝ ਤਾਂ ਠੀਕ ਆ ਨਹੀਂ ਤਾਂ ਫਿਰ ਇਹ ਬਹੁਤ ਹਮਲਾਵਰ ਜਿਹੜਾ ਰੁਖ ਅਪਣਾ ਕੇ ਹੋਰ ਬਹੁਤ ਕੁਝ ਲੈ ਕੇ ਆਉਣਗੇ ਔਰ ਬਹੁਤ ਥੋੜੇ ਸਮੇਂ 'ਚ ਲੈ ਕੇ ਆਉਣਗੇ ਕਿਉਂਕਿ ਸਰਕਾਰ ਕੋਲ ਫਿਰ ਹੰਕਾਰ ਜਿਹੜਾ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਆ ਜਾਂਦਾ ਪਿਛਲੀ ਹਿਸਟਰੀ ਵੀ ਇਹੀ ਕੁਝ ਦੱਸਦੀ ਹੈਗੀ ਆ ਕਿ ਜੇ ਅਸੀਂ ਮੂੰਹ ਅੱਜ ਮੋੜ ਦਿੱਤਾ ਫਿਰ ਤਾਂ ਸਭ ਕੁਝ ਸੈਟਲ ਹੋ ਸਕਦਾ ਫਿਰ ਸਭ ਕੁਝ ਨਾਰਮਲ ਹੋ ਸਕਦਾ ਫਿਰ ਵੀ ਸਾਨੂੰ ਜਿਹੜਾ ਅੱਖਾਂ ਖੋਲ ਕੇ ਹੀ ਜਿਹੜਾ ਉਹ ਰੱਖਣੀਆਂ ਪੈਣਗੀਆਂ ਸਰਦਾਰ ਮਨਜਿੰਦਰ ਸਿੰਘ ਜੀ ਕੋਈ ਐਸਾ ਸਵਾਲ ਕੁਛ ਐਸੀ ਗੱਲਬਾਤ ਜਿਹੜੀ ਮੈਂ ਤੁਹਾਡੇ ਕੋਲ ਨਾ ਪੁੱਛ ਸਕਿਆ ਹੋਵਾਂ ਤੇ ਤੁਸੀਂ ਦਰਸ਼ਕਾਂ ਨਾਲ ਜਿਹੜੀ ਉਹ ਸਾਂਝੀ ਕਰਨਾ ਚਾਹੋ ਤਾਂ ਉਹ ਕਰ ਸਕਦੇ ਹੋ ਤੇ ਫਿਰ ਆਪਾਂ ਪ੍ਰੋਗਰਾਮ ਦੀ ਜਿਹੜੀ ਹੈ ਉਹ ਸਮਾਪਤੀ ਕਰਾਂਗੇ ਜੀ ਬਿਲਕੁਲ ਬਸ 1 ਮਿੰਟ 'ਚ ਮੈਂ ਸੰਖੇਪ 'ਚ ਕਰ ਦੇਣਾ ਜੋ ਇੱਕ ਨੁਕਤਾ ਰਹਿ ਗਿਆ ਸੀ ਵੀ ਜਿਹੜੇ ਇਸ ਐਕਟ ਦੇ ਹੱਕ 'ਚ ਬੋਲਣ ਵਾਲੇ ਲੋਕ ਨੇ ਜੀ ਔਰ ਸਾਡਾ ਪ੍ਰਧਾਨ ਮੰਤਰੀ ਪੰਜਾਬੀ 'ਚ ਟਵੀਟ ਕਰਕੇ ਕਹਿ ਰਿਹਾ ਸੀ ਕਿ ਐਮਐਸਪੀ ਬਰਕਰਾਰ ਰਹੂਗੀ ਜੀ ਆਪਣੇ ਚੈਨਲ ਦੇ ਮਾਧਿਅਮ ਜਿਹੜੇ ਲੋਕ ਇੱਥੇ ਸਾਡੇ ਮੁਲਕ 'ਚ ਸੁਣਨਗੇ ਜੀ ਐਮਐਸਪੀ ਇੱਕ ਬਿਲਕੁਲ ਪੱਕਾ ਵਿਸ਼ਾ ਵਾ ਉਹਦਾ ਕੋਈ ਤਾਲੁਕ ਨਹੀਂ ਹੈਗਾ ਨਾ ਆਰਡੀਨੈਂਸ ਦੇ ਨਾਲ ਕਿਉਂਕਿ ਆਰਡੀਨੈਂਸ ਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਵੀ ਐਮਐਸਪੀ ਸ਼ਬਦ ਨਹੀਂ ਲਿਖਿਆ ਗਿਆ ਜੀ ਐਮਐਸਪੀ ਦੀ ਤਤਾਵਾ ਜੇਕਰ ਜਿਹੜੇ ਕਿ ਫਾਰਮ ਆਰਡੀਨੈਂਸ ਇਹਨਾਂ 'ਚ ਲਿਖਿਆ ਜਾਵੇ ਤੇ ਪ੍ਰਾਈਵੇਟ ਪਲੇਅਰਸ ਵਾਸਤੇ ਇਹ ਜ਼ਰੂਰੀ ਹੋਊਗਾ ਕਿ ਉਹ ਘੱਟੋ ਘੱਟ ਐਮਐਸਪੀ ਤੇ ਖਰੀਦਣਗੇ ਐਮਐਸਪੀ ਤੋਂ ਥੱਲੇ ਜਿਹੜਾ ਹੈਗਾ ਉਹ ਪਰਚੇਸ ਸਾਡੀ ਨਹੀਂ ਕਰ ਸਕਦੇ ਜੀ ਐਮਐਸਪੀ ਵੀ ਆਟੋਮੈਟਿਕ ਕੰਮ ਮੀਨਿੰਗਲੈਸ ਜਦੋਂ ਤੁਸੀਂ ਉਹਨਾਂ ਨੂੰ ਇਹ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਭਾਵੇਂ ਐਮਐਸਪੀ ਤੇ ਖਰੀਦੋ ਭਾਵੇਂ ਉਸ ਤੋਂ ਘੱਟ ਰੇਟ ਤੇ ਖਰੀਦੋ ਜੀ ਤਾਂ ਦੂਸਰੀ ਗੱਲ ਲੋਕਾਂ ਨੂੰ ਹਤਾਸ਼ ਜਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਸਿਰਫ ਤਗੜੇ ਹੋਵੋ ਜਿਹੜੇ ਲੋਕ ਅੱਗੇ ਲੱਗੇ ਹੋਏ ਆ ਕਿਸਾਨ ਆਗੂ ਕਿਸਾਨ ਯੂਨੀਅਨ ਆ ਉਹਨਾਂ ਦੇ ਨਾਲ ਜਿਹੜਾ ਘਰੇ ਬੈਠ ਕੇ ਟੈਲੀਫੋਨ ਤੇ ਫੇਸਬੁੱਕ ਤੇ WhatsApp ਤੇ ਲਿਖ ਬੋਲ ਸਕਦਾ ਉੱਥੇ ਬੋਲੇ ਜਿਹੜਾ ਕੋਈ ਜਾ ਸਕਦਾ ਜਾਵੇ ਜਿਹੜਾ ਕੋਈ ਅਖਬਾਰ 'ਚ ਲਿਖ ਸਕਦਾ ਉਹ ਅਖਬਾਰ 'ਚ ਲਿਖੇ ਕਿ ਹਰ ਤਰ੍ਹਾਂ ਨਾਲ ਜਿਵੇਂ ਵੀ ਤੁਸੀਂ ਐਕਟਿਵਲੀ ਪੈਸਿਵਲੀ ਸਾਥ ਸਹਿਯੋਗ ਕਰ ਸਕਦੇ ਹੋ ਜੋ ਔਰ ਇਹ ਇਕੱਲੀ ਕਿਸੇ ਇੱਕ ਬੰਦੇ ਦੀ ਕਿਸੇ ਇੱਕ ਕਿਸਾਨ ਯੂਨੀਅਨ ਦੀ ਜਾਂ ਕਿਸੇ ਇੱਕ ਮੀਡੀਆ ਹਾਊਸ ਦੀ ਜਾਂ ਸਾਡੇ ਵਰਗੇ ਵਲੰਟੀਅਰਾਂ ਦੀ ਲੜਾਈ ਨਹੀਂ ਹੈ ਇਹ ਸਾਡੀ ਸਾਰਿਆਂ ਦੀ ਜੇਕਰ ਅਸੀਂ ਆਪਣੇ ਆਪ ਨੂੰ ਆਪਣੀ ਜ਼ਮੀਨ ਜਾਇਦਾਦ ਨੂੰ ਆਪਣੇ ਖਿੱਤੇ ਨੂੰ ਆਪਣੇ ਮੁਲਕ ਨੂੰ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਤਾਂ ਸਾਨੂੰ ਸਾਰਿਆਂ ਨੂੰ ਇਸ ਲੜਾਈ 'ਚ ਕੁੱਦਣਾ ਪੈਣਾ ਵਾ ਤੇ ਸਾਡੀ ਫਤਿਹ ਜਿਹੜੀ ਆ ਉਹ ਅਵੱਸ਼ ਹੋਊਗੀ ਜੀ ਤੇ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੱਸਦੇ ਆ ਤਾਂ ਉਹਨਾਂ ਦੇ ਜਿਹੜੇ ਸਿਧਾਂਤ ਆ ਉਹਨਾਂ ਤੇ ਪਹਿਰਾ ਦੇਣਾ ਪਊਗਾ ਵੀ ਜਦ ਆਪ ਕੀ ਉਹਦੇ ਨਿਧਾਨ ਬਣਿਆ ਤੇ ਹੀ ਰਣ ਮੈਂ ਤਬ ਜੂਝ ਮਰੋ ਜੀ ਤੇ ਬਸ ਇੱਕ ਸੁਨੇਹਾ ਹੈਗਾ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਿ ਤੁਸੀਂ ਰੂਹ ਪੰਜਾਬ ਦੇ ਚੈਨਲ ਦੇ ਜ਼ਰੀਏ ਜਿਹੜਾ ਹੈਗਾ ਇਸ ਪ੍ਰੋਗਰਾਮ ਦਾ ਮਾਧਿਅਮ ਰਾਹੀਂ ਲੋਕਾਂ ਦੇ ਰੂਬਰੂ ਕੀਤਾ ਔਰ ਤੁਹਾਡਾ ਬਹੁਤ ਧੰਨਵਾਦ ਸਾਰੇ ਵਿਊਅਰਸ ਦਾ ਲਿਸਨਰ ਦਾ ਵੀ ਬਹੁਤ ਮੈਂ ਗ੍ਰੇਟਫੁਲ ਹਾਂ ਤੇ ਜੀ ਸਰਦਾਰ ਮਨਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਤੇ ਮੌਕਾ ਆਏਗਾ ਅੱਗੋਂ ਕਿ ਜਿਹੜੀ ਜੇ ਕੋਈ ਅਮੈਂਡਮੈਂਟ ਹੋਏਗੀ ਜਾਂ ਕੋਈ ਹੋਰ ਗੱਲਬਾਤ ਜਿਹੜੀ ਹੋਏਗੀ ਤੇ ਤੁਹਾਡੇ ਨਾਲ ਅਸੀਂ ਜਿਹੜਾ ਹੈ ਉਹ ਦੁਬਾਰਾ ਰਾਬਤਾ ਜਿਹੜਾ ਹੈ ਉਹ ਕਾਇਮ ਜ਼ਰੂਰ ਕਰਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਵੀ ਦਰਸ਼ਕਾਂ ਕੋ ਇੱਥੇ ਛੁੱਟੀਆਂ ਲੈਣਾ ਚਾਹਾਂਗਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਆ ਉਹ ਸਾਡੇ ਸਰੋਤਿਆਂ ਨੂੰ ਜਿਹੜੀ ਆ ਉਹ ਜ਼ਰੂਰ ਪਸੰਦ ਆਏਗੀ ਆਪਣੇ ਕਮੈਂਟਸ ਆਪਣਾ ਜੋ ਵੀ ਤੁਹਾਡੀ ਫੀਡਬੈਕ ਆ ਉਹ ਸਾਡੇ ਤੱਕ ਜ਼ਰੂਰ ਪਹੁੰਚਦੀ ਕਰਿਆ ਕਰੋ tv16toronto@gmail.com ਦੇ ਉੱਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੈਗੇ ਹੋ
ਐਂਡਰੋਇਡ ਐਪ ਜਿਹੜਾ ਹੈ TV16 ਟੋਰਾਂਟੋ ਦਾ, ਉਹ ਜਿਹੜਾ ਹੈ ਉਹ ਜ਼ਰੂਰ ਤੁਸੀਂ ਡਾਊਨਲੋਡ ਕਰ ਲਓ। ਆਪਣੇ ਸਾਕ ਸੰਬੰਧੀਆਂ ਸਰੋਤਿਆਂ ਨੂੰ ਵੀ ਜਿਹੜਾ ਹੈ ਉਹ ਜ਼ਰੂਰ ਦੱਸ ਦਿਓ। ਈ ਬਾਬਾ ਇੰਟਰਟੇਨਮੈਂਟ ਐਪ ਜਿਹੜਾ ਹੈਗਾ ਉਹ ਜ਼ਰੂਰ ਡਾਊਨਲੋਡ ਕਰਵਾ ਦਿਓ। ਈ ਬਾਬਾ ਇੰਟਰਟੇਨਮੈਂਟ ਤੁਸੀਂ ਦੁਨੀਆ ਭਰ 'ਚ ਜਿੱਥੇ ਵੀ ਹੋ ਉੱਥੇ ਤੁਸੀਂ ਜਿਹੜਾ ਹੈ ਲਾਈਵ TV ਚੈਨਲਸ ਦੇ ਨਾਲ, ਰੇਡੀਓਜ਼ ਦੇ ਨਾਲ ਜਿਹੜਾ ਉਹ ਜੁੜ ਸਕਦੇ ਹੈਗੇ ਹੋ। ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ ਤੇ ਤੁਹਾਡੇ ਕੋਲ ਮੋਬਾਈਲ ਫੋਨ ਹੈਗਾ ਤਾਂ ਤੁਸੀਂ ਇੱਕ ਕਲਿੱਕ ਕਰੋਗੇ ਤਾਂ ਉਹਦੇ ਵਿੱਚ ਜਿਹੜਾ ਹੈ ਤੁਸੀਂ TV ਚੈਨਲ ਦੇ ਨਾਲ ਜਿਹੜਾ ਹੈ ਸਿੱਧਾ ਜਿਹੜਾ ਉਹ ਜੁੜ ਸਕਦੇ ਹੈਗੇ ਹੋ। TV16 ਟੋਰਾਂਟੋ ਨੂੰ ਵੀ ਤੁਸੀਂ ਉੱਥੇ ਵਾਚ ਕਰ ਸਕਦੇ ਹੋ। ਜਿਹੜੇ ਸਾਡੇ ਲਾਈਵ ਪ੍ਰੋਗਰਾਮ ਚੱਲਣਗੇ ਉਹਨਾਂ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਰੈਗੂਲਰ ਉਹਨਾਂ ਨੂੰ ਵਾਚ ਕਰ ਸਕਿਆ ਕਰੋਗੇ। ਰਿਕਾਰਡਡ ਪ੍ਰੋਗਰਾਮ ਵੀ ਉਹਦੇ ਵਿੱਚ ਲਗਾਤਾਰ ਜਿਹੜੇ ਨੇ ਉਹ ਚੱਲਦੇ ਰਹਿੰਦੇ ਹੈਗੇ ਨੇ। ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਮੇਰੇ ਨੰਬਰ ਦੇ ਉੱਤੇ 6475281016 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ, WhatsApp ਕਰ ਸਕਦੇ ਹੈਗੇ ਹੋ ਇਸ ਫੋਨ ਦੇ ਉੱਤੇ ਹੀ। ਸੋ ਮੈਨੂੰ ਇੱਥੇ ਜਿਹੜਾ ਹੈ ਪ੍ਰੋਗਰਾਮ ਸਮਾਪਤ ਕਰਨਾ ਪੈਣਾ। ਸੋ ਕੱਲ ਆਪਾਂ ਦੁਬਾਰਾ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਇੱਥੇ ਦੇ ਦਿਓ ਮੈਨੂੰ ਛੁੱਟੀਆਂ। ਸਤਿ ਸ਼੍ਰੀ ਅਕਾਲ ਜੀ।